ਬਹੁਤ ਹੀ ਸਤਿਕਾਰਯੋਗ ਹਾਜ਼ਰੀਨ, ਆਓ ਸਭ ਤੋਂ ਪਹਿਲਾਂ ਗੁਰਦੇਵ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਮੁਕੱਦਸ ਫਤਿਹ ਬੁਲੰਦ ਕਰੀਏ। ਪਿਆਰ ਸਹਿਤ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਅਸੀਂ ਸਾਰੇ ਹੀ ਜਾਣਦੇ ਹਾਂ ਔਰ ਕੁਝ ਦਿਨਾਂ ਤੋਂ ਇਹ ਖਬਰਾਂ ਮੀਡੀਆ ਦੀਆਂ ਸੁਰਖੀਆਂ ਵੀ ਬਣੀਆਂ ਹੋਈਆਂ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਬਾਬਰੀ ਮਸਜਿਦ ਨੂੰ ਢਾਉਣ ਉਪਰੰਤ ਉਸ ਜਗ੍ਹਾ ਦੇ ਉੱਪਰ ਰਾਮ ਮੰਦਰ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕੋਈ ਵੀ ਧਰਮ ਆਪਣੀ ਕਿਸੇ ਵੀ ਧਾਰਮਿਕ ਇਮਾਰਤ ਨੂੰ ਉਸਾਰਦਾ ਹੈ, ਆਪਣੀ ਆਸਥਾ ਦੇ ਮੁਤਾਬਕ ਆਪਣੀ ਪੂਜਾ ਅਰਚਨਾ ਕਰਦਾ ਹੈ। ਇਹਦੇ ਵਿੱਚ ਕਿਸੇ ਨੂੰ ਮੇਰੇ ਖਿਆਲ ਦੇ ਨਾਲ ਕੋਈ ਵੀ ਇਤਰਾਜ਼ ਨਹੀਂ ਹੋਣਾ ਚਾਹੀਦਾ। ਪਰ ਆ ਜਾ ਕੇ ਜਦੋਂ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਹਰ ਮੇਰੇ ਖਿਆਲ ਦੇ ਨਾਲ ਜੇ ਅਸੀਂ ਧਰਮ ਤੋਂ ਉੱਪਰ ਉੱਠ ਕੇ ਵੀ ਸੋਚੀਏ, ਚਾਹੇ ਕੋਈ ਹਿੰਦੂ ਵੀਰ ਹੈ, ਚਾਹੇ ਕੋਈ ਮੁਸਲਮਾਨ ਵੀਰ ਹੈ, ਚਾਹੇ ਕੋਈ ਈਸਾਈ ਹੈ, ਹਰ ਮਾਨਸਿਕਤਾ ਦੇ ਵਿੱਚ ਇੱਕ ਗੱਲ ਤਾਂ ਜ਼ਰੂਰ ਆਉਂਦੀ ਹੈ ਕਿ ਕਿਸੇ ਇੱਕ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ ਆਪਣੇ ਧਰਮ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਨਾ ਕਿਤੇ ਨਾ ਕਿਤੇ ਇੱਕ ਵਿਤਕਰੇ ਦਾ ਪ੍ਰਤੀਕ ਹੈ। ਬੇਸ਼ੱਕ ਇਹ ਫੈਸਲਾ ਜਿਹੜਾ ਸੀਗਾ ਰਾਮ ਮੰਦਰ ਦੇ ਬਾਰੇ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਸੀ, ਪਰੰਤੂ ਫਿਰ ਵੀ ਕਿਤੇ ਨਾ ਕਿਤੇ ਹਰ ਦਰਦੀ ਇਨਸਾਨ ਇਹ ਮਹਿਸੂਸ ਕਰਦਾ ਹੈ ਕਿ ਇੱਕ ਧਰਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਜ਼ਰੂਰ ਹੋਇਆ। ਖੈਰ, ਇਹ ਇੱਕ ਕਹਿ ਸਕਦੇ ਹੋ ਕਿ ਦੇਸ਼ ਦਾ ਮੁੱਦਾ ਹੈ ਤੇ ਬੇਸ਼ੱਕ ਇਹ ਇੱਕ ਰਾਸ਼ਟਰੀ ਮੁੱਦਾ ਸੀ, ਪਰ ਸਮੁੱਚੇ ਅੰਤਰਰਾਸ਼ਟਰੀ ਮੀਡੀਆ ਦੀਆਂ ਵੀ ਨਜ਼ਰਾਂ ਜਿਹੜੀਆਂ ਇਹਦੇ ਉੱਪਰ ਲੱਗੀਆਂ ਹੋਈਆਂ ਸੀ। ਔਰ ਸਭ ਤੋਂ ਅਹਿਮ ਗੱਲ ਜਿਹੜੀ ਸਿੱਖ ਧਰਮ ਦੇ ਵਿੱਚ ਇੱਕ ਚਰਚਾ ਛਿੜ ਗਈ ਕਿ ਉਸ ਮੰਚ ਦੇ ਉੱਪਰੋਂ ਜਿਸ ਵੇਲੇ ਰਾਮ ਮੰਦਰ ਦਾ ਉਦਘਾਟਨ ਕੀਤਾ ਜਾ ਰਿਹਾ ਸੀ, ਉਸ ਵੇਲੇ ਨਰਿੰਦਰ ਮੋਦੀ ਵੱਲੋਂ, ਜਿਹੜੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਇਹ ਬਿਆਨ ਆ ਜਾਣਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਭਗਵਾਨ ਰਾਮ ਦੀ ਉਸਤਤ ਦੇ ਵਿੱਚ ਰਾਮਾਇਣ ਲਿਖੀ। ਔਰ ਉਸ ਤੋਂ ਪਹਿਲਾਂ ਵੀ ਜਿਹੜਾ ਕਹਿ ਸਕਦੇ ਕਿ ਇਹਦੀ ਪਿੱਠ ਭੂਮੀ ਤਿਆਰ ਕੀਤੀ ਗਈ, ਉਹਦੇ ਵਿੱਚ ਇਹ ਵੀ ਜ਼ਿਕਰ ਮਿਲਿਆ ਕਿ ਕੁਝ ਐਸੇ ਪੈਫਲੇਟ ਜਿਹੜੇ ਸੀਗੇ ਉਹ ਛਾਪ ਕੇ ਵੰਡੇ ਗਏ, ਜਿਨ੍ਹਾਂ ਦੇ ਵਿੱਚ ਇਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਯੁੱਧਿਆ ਨੂੰ ਮੁਗਲਾਂ ਤੋਂ ਆਜ਼ਾਦ ਕਰਾਉਣ ਦੇ ਵਾਸਤੇ ਇੱਕ ਹਮਲਾ ਵੀ ਕੀਤਾ, ਭਾਵੇਂ ਕਿ ਇਤਿਹਾਸਕ ਸਰੋਤਾਂ ਦੇ ਵਿੱਚ ਇਸ ਦਾ ਸਾਨੂੰ ਕੋਈ ਵੀ ਸਬੂਤ ਨਹੀਂ ਮਿਲਦਾ। ਸਿੱਖਾਂ ਦੇ ਵਿੱਚ ਅੰਦਰੂਨੀ ਤੌਰ ਦੇ ਉੱਪਰ ਇੱਕ ਚਰਚਾ ਨੇ ਜਨਮ ਲੈ ਲਿਆ। ਬੇਸ਼ੱਕ ਉਹ ਜਿਹੜੀ ਚਰਚਾ ਹੈ ਪਹਿਲਾਂ ਵੀ ਥੋੜੀ ਧੁੱਖ ਰਹੀ ਸੀ। ਉਸ ਚਰਚਾ ਨੇ ਸਾਡੀ ਸਮੁੱਚੀ ਕੌਮੀਅਤ ਨੂੰ ਦੋ ਹਿੱਸਿਆਂ ਦੇ ਵਿੱਚ ਵੀ ਵੰਡ ਦਿੱਤਾ, ਕਿਉਂਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਹਵਾਲਾ ਦਿੱਤਾ ਗਿਆ ਗੋਬਿੰਦ ਰਾਮਾਇਣ ਦਾ, ਉਹਦਾ ਜਿਹੜਾ ਦਸਮ ਗ੍ਰੰਥ ਦੇ ਵਿੱਚ ਜਾਂ ਬਚਿੱਤਰ ਨਾਟਕ ਦੇ ਵਿੱਚ ਜਿਹੜਾ ਨਾਮ ਹੈ ਉਹ ਰਾਮਾ ਅਵਤਾਰ ਹੈ। ਤੇ ਉਸ ਮੁੱਦੇ ਨੂੰ ਲੈ ਕੇ ਮੇਰੇ ਖਿਆਲ ਦੇ ਨਾਲ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦੀ ਧੜੇਬੰਦੀ ਨੇ ਜਨਮ ਲੈ ਲਿਆ ਹੈ। ਸੋਸ਼ਲ ਮੀਡੀਆ ਦੇ ਉੱਪਰ ਅਸੀਂ ਕਹਿ ਸਕਦੇ ਹੋ ਕਿ A ਔਰ B ਰੈਜੀਮੈਂਟ ਬਣ ਗਏ ਆ ਕਿ ਇੱਕ ਦਸਮ ਗ੍ਰੰਥ ਪੱਖੀ ਔਰ ਇੱਕ ਦਸਮ ਗ੍ਰੰਥ ਹਮਾਇਤੀ। ਸੱਚ ਜਾਣਿਓ, ਮੇਰੇ ਖਿਆਲ ਦੇ ਨਾਲ ਜਿਹੜੀ ਲੜਾਈ ਉਹ ਪਾਉਣਾ ਚਾਹੁੰਦੇ ਸੀ, ਬੇਸ਼ੱਕ ਕਿ ਗੋਬਿੰਦ ਰਾਮਾਇਣ ਦਾ ਜ਼ਿਕਰ ਕਰਨ ਤੋਂ ਬਿਨਾਂ ਵੀ ਉਦਘਾਟਨ ਹੋਣਾ ਸੀ, ਇਹ ਸਾਰਾ ਜਿਹੜਾ ਕਾਰਜਕ੍ਰਮ ਹੈ ਇਹ ਇੰਜ ਹੀ ਹੋਣਾ ਸੀ। ਪਰ ਉਸ ਮੌਕੇ ਦੇ ਉੱਪਰ ਜਦੋਂ ਕਿ ਇੱਕ ਰਾਸ਼ਟਰੀ ਮੁੱਦਾ ਹੈ ਤੇ ਅੰਤਰਰਾਸ਼ਟਰੀ ਮੀਡੀਆ ਦੀਆਂ ਜਿਹੜੀਆਂ ਨਜ਼ਰਾਂ ਨੇ ਉਹ ਇਸ ਅਹਿਮ ਪੱਖ ਦੇ ਉੱਪਰ ਲੱਗੀਆਂ ਹੋਈਆਂ ਨੇ, ਉਸ ਸਮੇਂ ਇਸ ਬਿਆਨ ਦਾ ਆਉਣਾ ਔਰ ਉਸ ਬਿਆਨ ਤੋਂ ਬਾਅਦ ਸਿੱਖਾਂ ਦੇ ਵਿੱਚ ਅੰਤਰ ਵਿਰੋਧ ਦਾ ਵੱਧ ਜਾਣਾ, ਇਹ ਆਪਣੇ ਆਪ ਦੇ ਵਿੱਚ ਬੜੀ ਅਹਿਮੀਅਤ ਰੱਖਦਾ ਹੈ। ਪਰ ਮੇਰਾ ਸਵਾਲ ਇੱਕ ਵੱਖਰਾ ਹੈ ਕਿ ਜੇਕਰ ਦੇਸ਼ ਦਾ ਪ੍ਰਧਾਨ ਮੰਤਰੀ ਇਹ ਹਵਾਲਾ ਨਾ ਦਿੰਦਾ ਤਾਂ ਕੀ ਉਹਨਾਂ ਵੱਲੋਂ ਹੋਰ ਹਵਾਲਿਆਂ ਦਾ ਆਧਾਰ ਤਿਆਰ ਨਹੀਂ ਸੀ ਕੀਤਾ ਹੋਇਆ? ਮੈਨੂੰ ਇੰਜ ਲੱਗਦਾ ਹੈ ਕਿ ਸਾਡੀ ਮਾਨਸਿਕਤਾ ਜਿਹੜੀ ਹੈ ਉਹ ਬਹੁਤ ਸੌੜੀ ਹੁੰਦੀ ਜਾ ਰਹੀ ਹੈ। ਮੈਂ ਤੁਹਾਡੀ ਸੁਰਤ ਨੂੰ ਥੋੜਾ ਪਿਛੋਕੜ ਵੱਲ ਲੈ ਕੇ ਜਾਣਾ ਚਾਹੁੰਦਾ ਹਾਂ, ਔਰ ਮੈਂ ਇਹ ਜਿਹੜਾ ਸਾਰਾ ਮੁੱਦਾ ਹੈ ਜਿਸ ਨੂੰ ਮੈਂ ਅੱਜ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੂੰਗਾ ਔਰ ਵੱਖ-ਵੱਖ ਪੜਾਵਾਂ ਦੇ ਵਿੱਚ, ਜਾਂ ਕਹਿ ਸਕਦੇ ਹੋ ਕਿ 5-6 ਪ੍ਰੋਗਰਾਮਾਂ ਦੇ ਵਿੱਚ ਮੈਂ ਇਸ ਨੂੰ ਰਾਮ ਅਵਤਾਰ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰੂੰਗਾ ਕਿ ਸਾਨੂੰ ਇਸ ਦੇ ਪਿੱਛੇ ਜਿਹੜਾ ਵਰਤਾਰਾ ਹੈ, ਜਿਹੜੀ ਸਾਜ਼ਿਸ਼ ਹੈ, ਜਿਹੜੀ ਮਾਨਸਿਕਤਾ ਹੈ, ਉਸ ਨੂੰ ਸਮਝਣ ਦੀ ਲੋੜ ਹੈ। ਗੱਲ ਕੇਵਲ ਇੱਥੋਂ ਤੱਕ ਸੀਮਤ ਨਹੀਂ ਹੈ ਕਿ ਉਹਨਾਂ ਨੇ ਇਹ ਗੱਲ ਕਹਿ ਦਿੱਤੀ
ਔਰ ਅਸੀਂ ਅੰਤਰ ਵਿਰੋਧੀ ਜਿਹੜੀ ਜੰਗ ਸੀ ਉਸ ਨੂੰ ਸ਼ੁਰੂ ਕਰ ਲਿਆ। ਗੱਲ ਤਾਂ ਇਹ ਸੀ ਕਿ ਕੀ ਸਾਡੀ ਮਰਿਆਦਾ ਜਿਹੜੀ ਹੈ ਉਹ ਮੂਰਤੀ ਪੂਜਾ ਨੂੰ, ਸਾਡੀ ਮਰਿਆਦਾ ਦੇਵ ਪੂਜਾ ਨੂੰ, ਸਾਡੀ ਮਰਿਆਦਾ ਇਵੇਂ ਦੀਆਂ ਪੂਜਾ ਪद्धਤੀਆਂ ਨੂੰ ਇਜਾਜ਼ਤ ਦਿੰਦੀ ਹੈ ਜਾਂ ਨਹੀਂ। ਗੱਲ ਤਾਂ ਇੱਥੇ ਸੀ। ਪਰ ਮੈਂ ਜਿਸ ਸਵਾਲ ਨੂੰ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਹਾਂ ਕਿ ਅਸੀਂ ਸਭ ਤੋਂ ਪਹਿਲਾਂ ਇਸ ਦੀ ਪਿੱਠ ਭੂਮੀ ਵੱਲ ਵੇਖਾਂਗੇ ਕਿ ਜਿਹੜਾ ਬਿਆਨ ਦੇਸ਼ ਦਾ ਪ੍ਰਧਾਨ ਮੰਤਰੀ ਦਿੰਦਾ ਹੈ, ਜਿਹਦੇ ਵਿੱਚ ਇੱਕ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ, ਤੇ ਕੀ ਉਸ ਸਾਰੇ ਬਿਆਨ ਦੇ ਵਾਸਤੇ ਉਹਨਾਂ ਨੇ ਕੇਵਲ ਗੋਬਿੰਦ ਰਾਮਾਇਣ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲੋਂ, ਜਿਸ ਦੇ ਬਾਰੇ ਵੀ ਅਜੇ ਸਿੱਖ ਕੌਮ ਦੇ ਵਿੱਚ ਇਹ ਦੁਬਿਧਾ ਹੈ ਕਿ ਦਸਮ ਗ੍ਰੰਥ ਨੂੰ ਮੰਨਣ ਵਾਲੇ ਜਾਂ ਦਸਮ ਗ੍ਰੰਥ ਨੂੰ ਨਾ ਮੰਨਣ ਵਾਲੇ, ਇਹ ਦੋ ਧੜੇ ਤੇ ਹੈ ਹੀ। ਜਿਹੜੇ ਮੰਨਣ ਵਾਲੇ ਨੇ ਉਹਨਾਂ ਦੇ ਵਿੱਚ ਫਿਰ ਇੱਕ ਵਿਚਾਰਧਾਰਾ ਹੈ ਕਿ ਕੁਛ ਦਾ ਮਤ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੱਖ-ਵੱਖ ਗ੍ਰੰਥਾਂ ਦੇ ਉਲਥੇ ਆਪਣੇ ਦਰਬਾਰੀ ਕਵੀਆਂ ਦੇ ਕੋਲੋਂ ਕਰਾਏ ਨੇ, ਉਹਨਾਂ ਦਾ ਅਨੁਵਾਦ ਕਰਾਇਆ ਸੌਖੀ ਭਾਸ਼ਾ ਦੇ ਵਿੱਚ, ਤੇ ਕੁਛ ਜਿਹੜੇ ਨੇ ਉਹ ਮੰਨਦੇ ਨੇ ਕਿ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੁਤੰਤਰ ਰਚਨਾ ਹੈ। ਸੋ ਇਹ ਇੱਕ ਵੱਖਰਾ ਮੁੱਦਾ ਹੈ। ਪਰ ਜਿਹੜੀ ਸਭ ਤੋਂ ਅਹਿਮ ਗੱਲ ਹੈ ਉਹ ਇਹ ਹੈ ਕਿ ਇਹਦੇ ਤੋਂ ਇਲਾਵਾ ਵੀ ਉਹਨਾਂ ਨੇ ਇਸ ਸਾਰੇ ਵਰਤਾਰੇ ਦੀ ਇੱਕ ਬਹੁਤ ਨਿੱਘਰ ਪਿੱਠ ਭੂਮੀ ਤਿਆਰ ਕੀਤੀ। ਅਸੀਂ ਤਾਂ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਇੱਕ ਦੂਜੇ ਨੂੰ ਗਾਲਾਂ ਕੱਢਣ ਤੱਕ, ਫਲਾਣਾ RSS ਦਾ ਹੈ, ਫਲਾਣਾ ਦਸਮ ਗ੍ਰੰਥੀ ਹੈ, ਫਲਾਣਾ ਇਹ ਹੈ, ਫਲਾਣਾ ਉਹ ਹੈ, ਅਸੀਂ ਤਾਂ ਕੇਵਲ ਇੱਥੋਂ ਤੱਕ ਸੀਮਤ ਹਾਂ। ਪਰ ਉਹਨਾਂ ਦੇ ਜਿਹੜੇ ਖੋਜ ਕੇਂਦਰਾਂ ਦੇ ਵਿੱਚ ਹੋਲ ਟਾਈਮਰ ਜਿਹੜੇ ਰਿਸਰਚ ਕਰ ਰਹੇ ਨੇ, ਜਿਹੜੇ ਉਹਨਾਂ ਦੇ ਵਿਦਵਾਨ ਖੋਜ ਕਰ ਰਹੇ ਨੇ, ਉਹਨਾਂ ਨੇ ਇਸ ਦੀ ਬਹੁਤ ਸਮਾਂ ਪਹਿਲਾਂ ਪਿੱਠ ਭੂਮੀ ਜਿਹੜੀ ਸੀ ਉਹ ਤਿਆਰ ਕਰ ਦਿੱਤੀ। ਹੁਣ ਅਸੀਂ ਥੋੜਾ ਜਿਹਾ ਪਿਛੋਕੜ ਦੇ ਵਿੱਚ ਆਵਾਂਗੇ ਕਿ ਜਿਸ ਵੇਲੇ 1898 ਦੇ ਕਰੀਬ ਭਾਈ ਕਾਹਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਕਿਤਾਬ ਲਿਖੀ, ਤਾਂ ਤੁਹਾਨੂੰ ਉਸ ਕਿਤਾਬ ਦਾ ਪੈਟਰਨ ਸਮਝਣ ਦੀ ਲੋੜ ਹੈ। ਉਸ ਕਿਤਾਬ ਨੂੰ ਸਮਝਣ ਦੀ ਲੋੜ ਹੈ ਤੇ ਅੱਜ ਦੁਬਾਰਾ ਪੜ੍ਹਨ ਦੀ ਲੋੜ ਹੈ। ਸਰਦਾਰ ਕਾਹਨ ਸਿੰਘ ਨਾਭਾ ਨੇ ਉਸ ਕਿਤਾਬ ਦੇ ਵਿੱਚ ਇਹ ਸਿੱਧ ਕਰ ਦਿੱਤਾ, ਬੇਸ਼ੱਕ ਕਿ ਉਸ ਕਿਤਾਬ ਦੇ ਜਵਾਬ ਦੇ ਵਿੱਚ ਵੀ ਬਹੁਤ ਕਿਤਾਬਾਂ ਲਿਖੀਆਂ ਗਈਆਂ, ਪਰ ਉਸ ਕਿਤਾਬ ਦੇ ਵਿੱਚ ਬਹੁਤ ਹੀ ਸਹਿਜ ਔਰ ਸਰੋਤਾਂ ਦੇ ਉੱਪਰ ਆਧਾਰਿਤ ਪਠਾਏ ਗਏ ਸਵਾਲਾਂ ਦੇ ਜਵਾਬ ਅਜੇ ਤੱਕ ਕੋਈ ਨਹੀਂ ਦੇ ਸਕਿਆ। ਭਾਈ ਕਾਹਨ ਸਿੰਘ ਨਾਭਾ ਨੇ ਹਮ ਹਿੰਦੂ ਨਹੀਂ ਦੇ ਵਿੱਚ ਸਿੱਖ ਧਰਮ ਦੇ ਨਾਲ ਜੁੜੇ ਹੋਏ ਕਿਸੇ ਸਰੋਤ ਦਾ ਖੰਡਨ ਨਹੀਂ ਕੀਤਾ, ਬਲਕਿ ਆਪਣੇ ਸਰੋਤਾਂ ਦੀ ਵਿਆਖਿਆ ਦਾ ਪੱਧਰ ਹੀ ਇਸ ਰੂਪ ਦੇ ਵਿੱਚ ਕੀਤਾ ਕਿ ਹਰ ਸਿੱਖ ਪੜ੍ਹ ਕੇ ਇਹ ਮਹਿਸੂਸ ਕਰਦਾ ਹੈ ਕਿ ਸਿੱਖ ਇੱਕ ਵੱਖਰੀ ਕੌਮ ਹੈ। ਪਰ ਉਸ ਤੋਂ ਬਾਅਦ 1947 ਦੇ ਵਿੱਚ ਦੇਸ਼ ਆਜ਼ਾਦ ਹੁੰਦਾ ਹੈ। 1947 ਤੋਂ ਬਾਅਦ 1984 ਦੀਆਂ ਘਟਨਾਵਾਂ, ਇਹਨਾਂ ਦੇ ਵਿੱਚ ਇੱਕ ਵੱਖਰਾ ਸਿੱਖਾਂ ਦੇ ਨਾਲ ਵਿਸਾਖਾਤ ਹੁੰਦਾ ਹੈ। ਤੇ 1984 ਦਾ ਜਿਹੜਾ ਸੰਤਾਪ ਹੈ, ਸ੍ਰੀ ਦਰਬਾਰ ਸਾਹਿਬ ਦੇ ਉੱਪਰ ਭਾਰਤੀ ਹੁਕੂਮਤ ਦੀਆਂ ਫੌਜਾਂ ਦੇ ਵੱਲੋਂ ਹਮਲਾ, ਉਸ ਤੋਂ ਬਾਅਦ ਨਵੰਬਰ ਦੇ ਵਿੱਚ ਪ੍ਰਧਾਨ ਮੰਤਰੀ ਦਾ ਕਤਲ ਤੇ ਸਿੱਖਾਂ ਦਾ ਕਤਲੇਆਮ ਜਾਂ ਨਸਲਕੁਸ਼ੀ, ਇਸ ਵਰਤਾਰੇ ਤੋਂ ਬਾਅਦ ਸਿੱਖ ਕੌਮ ਦੇ ਅੰਦਰ ਇੱਕ ਖਾਸ ਤਰ੍ਹਾਂ ਦੀ ਚੇਤਨਤਾ ਜਨਮ ਲੈਂਦੀ ਹੈ। ਇਸ ਦਰਦ ਦੇ ਵਿੱਚ ਉਹ ਚੇਤਨਤਾ ਇਹ ਹੈ ਕਿ ਸਿੱਖਾਂ ਦਾ ਇੱਕ ਖਾਸ ਵਰਗ ਇਹ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਹੈ ਕਿ ਇੰਨੀਆਂ ਜ਼ਿਆਦਾ ਸ਼ਹਾਦਤਾਂ ਤੋਂ ਬਾਅਦ ਜਾਂ ਦੇਸ਼ ਨੂੰ ਆਜ਼ਾਦ ਕਰਾਉਣ ਤੋਂ ਬਾਅਦ ਸਾਡੇ ਨਾਲ ਵਾਪਰਿਆ ਕੀ ਹੈ, ਸਾਡੇ ਨਾਲ ਹੋਇਆ ਕੀ ਹੈ। ਹਥਿਆਰਬੰਦ ਸੰਘਰਸ਼ ਵੀ ਸ਼ੁਰੂ ਹੁੰਦਾ ਹੈ ਤੇ ਖਾਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਤੋਂ ਬਾਅਦ ਸਰਦਾਰ ਕਪੂਰ ਸਿੰਘ ਜਿਹੜੀ ਇੱਕ ਵੱਖਰੀ ਸਿੱਖ ਕੌਮੀਅਤ ਦੀ ਗੱਲ ਕਰਦੇ ਨੇ ਜਾਂ ਸਿੱਖ ਹੋਮਲੈਂਡ ਦੀ ਗੱਲ ਕਰਦੇ ਨੇ, ਸਿੱਖ ਸਟੇਟ ਦੀ ਗੱਲ ਕਰਦੇ ਨੇ, ਉਹ ਜਿਹੜੀ ਹੈ ਸਿੱਖ ਮਾਨਸਿਕਤਾ ਦੇ ਵਿੱਚ ਉੱਭਰ ਕੇ ਸਾਹਮਣੇ ਆਉਂਦੀ ਹੈ। ਪਰ ਸਰਦਾਰ ਕਪੂਰ ਸਿੰਘ ਵੀ ਆਪਣਾ ਪੱਖ ਜਿਹੜਾ ਹੈ ਉਹ ਆਪਣੇ ਸਰੋਤਾਂ ਦੇ ਖੰਡਨ ਤੋਂ ਸ਼ੁਰੂ ਨਹੀਂ ਕਰਦੇ, ਉਹ ਵੀ ਇੱਕ ਨਵੀਂ ਵਿਆਖਿਆ ਪ੍ਰਣਾਲੀ ਨੂੰ ਜਨਮ ਦਿੰਦੇ ਨੇ। ਇੱਥੋਂ ਤੱਕ ਕਿ ਕਿਤੇ ਤੁਸੀਂ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਪੜ੍ਹੋ, ਉਹ ਤਾਂ ਸਾਡੇ ਸਾਹਮਣੇ ਇੱਕ ਬਹੁਤ ਵੱਡਾ ਪੱਖ ਰੱਖ ਦਿੰਦੇ ਨੇ ਸ਼ੰਕਰਾਚਾਰੀਆ ਦੀ ਉਦਾਹਰਨ ਦੇ ਕੇ ਕਿ ਲੌਜਿਕ ਜਿਹੜਾ ਸਿਧਾਂਤ ਦੇ ਵਿੱਚ ਜਿਹੜੀਆਂ ਮਾਨਤਾਵਾਂ ਨੇ ਤੇ ਉਹਨਾਂ ਦੇ ਖੰਡਨ ਤੇ ਮੰਡਨ ਦੀ ਪ੍ਰਕਿਰਿਆ ਦਾ ਜਿਹੜਾ ਮਾਪਦੰਡ ਹੈ ਉਹ ਕਿਵੇਂ ਦਾ ਹੋਵੇ, ਉਹ ਸਾਨੂੰ ਉਹਦੇ ਵਿੱਚੋਂ ਪੜ੍ਹਨਾ ਪਵੇਗਾ। 1965 ਦੇ ਵਿੱਚ ਰਜਿੰਦਰ ਸਿੰਘ ਨਿਰਾਲਾ ਦੀ ਕਿਤਾਬ ਆ ਜਾਂਦੀ ਹੈ ਹਮ ਹਿੰਦੂ ਹੈ, ਇਹ 1965 ਦੇ ਵਿੱਚ ਆ ਜਾਂਦੀ ਹੈ। ਇਹ ਉਹ ਸਮਾਂ ਹੈ ਜਦੋਂ ਸਿੱਖਾਂ ਦੇ ਵਿੱਚ ਸਿੱਖ ਹੋਮਲੈਂਡ ਦੀ ਮੰਗ ਜਿਹੜੀ ਹੈ ਉਹ ਪੂਰੀ ਤਰ੍ਹਾਂ ਪ੍ਰਬਲ ਹੈ। ਹੁਣ ਤੁਸੀਂ ਖਿਆਲ ਕਰੋ ਕਿ 1898 ਦੇ ਵਿੱਚ ਹਮ ਹਿੰਦੂ ਨਹੀਂ ਦਾ ਲਿਖਿਆ ਹੋਇਆ ਜਵਾਬ ਜਿਹੜਾ ਹੈ ਉਹ ਤਕਰੀਬਨ ਸਾਲਾਂ ਬਾਅਦ ਆ ਰਿਹਾ 1965 ਦੇ ਵਿੱਚ। ਇਸ ਜਵਾਬ ਤੋਂ ਬਾਅਦ
ਇਸ ਕਿਤਾਬ ਦਾ ਦੁਬਾਰਾ ਜਿਹੜਾ ਅਗਲਾ ਐਡੀਸ਼ਨ ਹੈ ਉਹ ਤਕਰੀਬਨ 1998 ਦੇ ਵਿੱਚ ਛਪਦਾ ਹੈ। ਪਰ 1984 ਦੀਆਂ ਸਾਰੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਸਿੱਖ ਕੌਮ ਦੇ ਉੱਪਰ, ਉਹਦੇ ਤੋਂ ਬਾਅਦ RSS ਦੇ ਵੱਲੋਂ ਰਾਸ਼ਟਰੀ ਸਿੱਖ ਸੰਗਤ ਦੀ ਸਥਾਪਨਾ 1986 ਦੇ ਵਿੱਚ ਕੀਤੀ ਜਾਂਦੀ ਹੈ ਤੇ ਉਸ ਸਮੇਂ ਪਹਿਲਾ ਪੈਫਲੇਟ ਜਿਹੜਾ ਛਾਪਿਆ ਜਾਂਦਾ ਹੈ ਉਹ ਹੈ पंजाब की वर्तमान स्थिति में संघ का दृष्टिकोण। उस दृष्टिकोण दे विच उन्हां वल्लों वख-वख तरीके दे नाल उदाहरणां दे के और गुरु साहिबान नूं रघुकुल जिहड़ी कुल परंपरा है ਉਹਦੇ ਨਾਲ जोड़ के ਇਹ सिद्ध करन दे ਉੱਪਰ जोर लगा दिता जांदा है कि सिख ਜਿਹੜੇ ਨੇ ਉਹ ਹਿੰਦੂ ਧਰਮ ਦਾ ਇੱਕ ਹਿੱਸਾ ਨੇ। ਉਹ ਜਿਹੜਾ ਪੈਂਫਲੇਟ ਹੈ ਵੱਡੀ ਗਿਣਤੀ ਦੇ ਵਿੱਚ ਵੰਡਿਆ ਜਾਂਦਾ ਹੈ ਤੇ 1990 ਦੇ ਵਿੱਚ ਵੇਖੋ 92 ਦੇ ਵਿੱਚ ਬਾਬਰੀ ਮਸਜਿਦ ਨੂੰ ਢਾਇਆ ਜਾਂਦਾ ਹੈ ਤੇ 1990 ਦੇ ਵਿੱਚ ਇੱਕ ਕਿਤਾਬ ਕਾਫੀ ਵੱਡੀ ਛਪ ਕੇ ਆ ਜਾਂਦੀ ਹੈ ਮਾਰਕੀਟ ਦੇ ਵਿੱਚ ਔਰ ਉਸ ਕਿਤਾਬ ਦਾ ਨਾਮ ਹੈ ਕਿ ਸਿੱਖ ਇਤਿਹਾਸ ਵਿੱਚ ਸ਼੍ਰੀ ਰਾਮ ਜਨਮ ਭੂਮੀ। ਔਰ ਉਹਦੇ ਵਿੱਚ ਜਿਹੜੇ ਹਵਾਲੇ ਦਿੱਤੇ ਜਾਂਦੇ ਨੇ ਉਹ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰਦੇ ਨੇ। ਸੋ ਮੈਂ ਗੱਲ ਇੱਥੋਂ ਹੀ ਸ਼ੁਰੂ ਕੀਤੀ ਸੀ ਕਿ ਅੱਜ ਅਸੀਂ ਆਪਣੇ ਹੀ ਸਰੋਤਾਂ ਦੇ ਵਿੱਚ ਖੰਡਨ ਤੇ ਮੰਡਨ ਦੀ ਪ੍ਰਕਿਰਿਆ ਦੇ ਵਿੱਚ ਜਿਹੜੇ ਆ ਉਹ ਆਪਣੀ ਮਾਨਸਿਕਤਾ ਨੂੰ ਮੈਂ ਕਹਿੰਦਾ ਹਾਂ ਕਿ ਦੋ ਹਿੱਸਿਆਂ ਦੇ ਵਿੱਚ ਵੰਡਦੇ ਜਾ ਰਹੇ ਹਾਂ। ਕੋਸ਼ਿਸ਼ ਤੇ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਸਰੋਤਾਂ ਦੀ ਵਿਆਖਿਆ ਆਪਣੀ ਗੁਰਮਤਿ ਪ੍ਰਣਾਲੀ ਦੇ ਅਨੁਕੂਲ ਕਰੀਏ। ਹੁਣ ਜਦੋਂ ਉਹ ਕਿਤਾਬ ਸਿੱਖ ਇਤਿਹਾਸ ਵਿੱਚ ਸ਼੍ਰੀ ਰਾਮ ਜਨਮ ਭੂਮੀ ਆਉਂਦੀ ਹੈ ਤੇ ਉਸ ਦਾ ਲਿਖਾਰੀ ਹੈ ਰਜਿੰਦਰ ਸਿੰਘ। ਇਸ ਤੋਂ ਪਹਿਲਾਂ ਹਮ ਹਿੰਦੂ ਹੈ ਇਸ ਦਾ ਲਿਖਾਰੀ ਹੈ ਰਜਿੰਦਰ ਸਿੰਘ ਨਰਾਲਾ। ਫਿਰ ਉਹਦਾ ਦੂਸਰਾ ਵੋਲਿਊਮ ਆਉਂਦਾ ਹੈ ਸਿੱਖ ਹਿੰਦੂ ਹੈ ਹਿੰਦੀ ਦੇ ਵਿੱਚ ਭਾਗ 2, ਉਸ ਦਾ ਲਿਖਾਰੀ ਰਜਿੰਦਰ ਸਿੰਘ ਨਰਾਲਾ ਹੈ। ਔਰ ਇਹ ਜਿਹੜੀਆਂ ਤਿੰਨੇ ਕਿਤਾਬਾਂ ਨੇ ਇਹ ਭਾਰਤ ਭਾਰਤੀ ਪਬਲੀਕੇਸ਼ਨ ਦਿੱਲੀ ਦੇ ਵੱਲੋਂ ਪ੍ਰਕਾਸ਼ਿਤ ਹੁੰਦੀਆਂ ਨੇ। ਹੁਣ ਇਸ ਕਿਤਾਬ ਦਾ ਆਰੰਭ ਕਿੱਥੋਂ ਹੁੰਦਾ ਹੈ? ਹੁਣ ਇਸ ਕਿਤਾਬ ਦਾ ਆਰੰਭ ਰਜਿੰਦਰ ਸਿੰਘ ਕਰਦਾ ਹੈ ਕਿ ਜਿਹੜੀ ਸਿੱਖ ਮਾਨਸਿਕਤਾ ਹੈ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਹੋਈ ਹੈ। ਇੱਕ ਰਾਸ਼ਟਰਵਾਦ ਦੇ ਦਾਇਰੇ ਦੇ ਵਿੱਚ ਸਫ਼ਰ ਕਰਦੀ ਹੈ, ਟਰੈਵਲ ਕਰਦੀ ਹੈ, ਤੇ ਦੂਸਰੀ ਜਿਹੜੀ ਹੈ ਉਹ ਆਪਣੇ ਆਪ ਨੂੰ ਸਨਾਤਨ ਧਰਮ ਤੋਂ ਵੱਖਰਾ ਗਿਣਦੀ ਹੈ। ਉਸ ਵਿਚਾਰਧਾਰਾ ਨੂੰ ਜਿਹੜੀ ਵਿਚਾਰਧਾਰਾ ਸਿੰਘ ਸਭਾ ਲਹਿਰ ਦੇ ਵੱਲੋਂ ਸਿੱਖਾਂ ਦੇ ਵਿੱਚ ਜਾਗਰਿਤ ਕੀਤੀ ਜਾਂਦੀ ਹੈ ਉਹ ਕਹਿੰਦਾ ਕਿ ਇਹ ਵਿਚਾਰਧਾਰਾ ਮੈਕਾਲਫ ਤੋਂ ਪ੍ਰਭਾਵਿਤ ਹੈ ਔਰ ਇਹ ਸਿੱਖਾਂ ਦੀ ਮੂਲ ਵਿਚਾਰਧਾਰਾ ਤੋਂ ਲਾਂਭੇ ਹੈ। ਮਤਲਬ ਕਿ ਜਿਹੜੀ ਵਿਚਾਰਧਾਰਾ ਸਿੱਖ ਇੱਕ ਵੱਖਰੀ ਕੌਮ ਦੀ ਗੱਲ ਕਰਦੀ ਹੈ ਤੇ RSS ਨੂੰ ਲੱਗਦਾ ਹੈ ਕਿ ਇਸ ਵਿਚਾਰਧਾਰਾ ਨੂੰ ਆਪਣੇ ਦਾਇਰੇ ਦੇ ਵਿੱਚ ਲਿਆਉਣਾ ਔਖਾ ਹੈ। ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਹ ਵਿਚਾਰਧਾਰਾ ਜਿਹੜੀ ਹੈ ਉਹ ਸਿੱਖ ਕੌਮੀਅਤ ਦੇ ਹੱਕਾਂ ਦੇ ਹਿੱਤ ਵਿੱਚ ਨਹੀਂ ਹੈ। ਦੂਸਰੀ ਵਿਚਾਰਧਾਰਾ ਨੂੰ ਕਹਿੰਦੇ ਨੇ ਕਿ ਇਹ ਵਿਚਾਰਧਾਰਾ ਸਨਾਤਨ ਮਤ ਦੇ ਦਾਇਰੇ ਦੇ ਵਿੱਚ ਸਫ਼ਰ ਕਰਦੀ ਹੈ, ਉੱਥੇ ਪ੍ਰਵਾਹਿਤ ਹੁੰਦੀ ਹੈ ਤੇ ਉਹ ਸੰਪਰਦਾਵਾਂ ਨੂੰ ਕਹਿੰਦੇ ਨੇ ਕਿ ਆਪਣੇ ਮਤ ਦੇ ਨਾਲ ਜੋੜਨਾ ਬਹੁਤ ਸੌਖਾ ਹੈ। ਔਰ ਤੁਸੀਂ ਵੇਖਿਆ ਕਿ ਆ ਸਮੁੱਚੇ ਇਹਨਾਂ ਹਾਲਾਤਾਂ ਤੱਕ ਕਿਸ ਤਰ੍ਹਾਂ ਦੇ ਨਾਲ ਸੰਪਰਦਾਵਾਂ ਦੇ ਵਿੱਚ ਉਹਨਾਂ ਦੀ ਘੁਸਪੈਠ ਹੋਈ, ਕਿਸ ਤਰ੍ਹਾਂ ਸੰਪਰਦਾਵਾਂ ਨੂੰ ਸਿੱਖਾਂ ਦੇ ਮੂਲ ਜਿਹੜੇ ਸਿਧਾਂਤ ਸੀ, ਸਾਡੀ ਜਿਹੜੀ ਵਿਚਾਰਧਾਰਾ ਸੀ, ਉਹਦੇ ਖਿਲਾਫ ਵਰਤਿਆ ਗਿਆ। ਇਹ ਸਾਰਾ ਕੰਮ ਬਹੁਤ ਚਿਰ ਪਹਿਲਾਂ ਸ਼ੁਰੂ ਹੋ ਚੁੱਕਾ ਸੀ। ਹੁਣ ਇਹ ਜਿਹੜੀ ਕਿਤਾਬ ਹੈ ਮੈਂ ਤੁਹਾਨੂੰ ਥੋੜਾ ਜਿਹਾ ਇਹਦੇ ਬਾਰੇ ਦੱਸਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਇਸ ਕਿਤਾਬ ਦੇ ਵਿੱਚ ਸਿੱਖਾਂ ਦੀ ਮਾਨਸਿਕਤਾ ਨੂੰ 1990 ਦੇ ਵਿੱਚ ਭਾਵ ਕਿ ਬਾਬਰੀ ਮਸਜਿਦ ਦਾ ਢਾਂਚਾ ਤੋੜਨ ਤੋਂ ਪਹਿਲਾਂ ਇਸ ਕਿਤਾਬ ਦੇ ਵਿੱਚ ਸਿੱਖਾਂ ਦੀ ਮਾਨਸਿਕਤਾ ਦਾ ਅਧਿਐਨ ਕਰ ਲਿਆ ਗਿਆ ਕਿ ਇਹਨਾਂ ਦੇ ਵਿੱਚ ਦੋ ਤਰ੍ਹਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਪ੍ਰਵਾਹਿਤ ਹੋ ਰਹੀ ਹੈ। ਇੱਕ ਉਹ ਨੇ ਜਿਹੜੇ ਕਿ ਸਿੰਘ ਸਭਾ ਲਹਿਰ ਤੋਂ ਪ੍ਰਭਾਵਿਤ ਨੇ, ਇੱਕ ਉਹ ਨੇ ਜਿਹੜੇ ਸੰਪਰਦਾਇ ਪ੍ਰਣਾਲੀਆਂ ਤੋਂ ਪ੍ਰਭਾਵਿਤ ਨੇ। ਹੁਣ ਇਸ ਕਿਤਾਬ ਦੀ ਆਰੰਭਤਾ ਜਿਹੜੀ ਹੈ ਉਹਦੇ ਲੇਖਾਂ ਦੇ ਵਿੱਚ ਸਭ ਤੋਂ ਪਹਿਲਾ ਜਿਹੜਾ ਹਵਾਲਾ ਦਿੱਤਾ ਗਿਆ ਉਹ 1947 ਦੇ ਵਿੱਚ ਪੱਥਰ ਛਾਪੇ ਦੇ ਵਿੱਚ ਛਪੀ ਹੋਈ ਲਾਹੌਰ ਦੀ ਇੱਕ ਮੁਸਲਮਾਨਾਂ ਦੀ ਪ੍ਰਿੰਟਿੰਗ ਪ੍ਰੈਸ ਸੀ। ਉਹਦੇ ਵਿੱਚੋਂ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ, ਉਹਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਦੀ ਪਹਿਲੀ ਵਾਰ ਦੀ 22ਵੀਂ ਪੌੜੀ ਦਾ ਹਵਾਲਾ ਦਿੱਤਾ ਗਿਆ। ਇਹ ਉਹੀ ਪੌੜੀ ਹੈ ਜਿਸ ਦੇ ਵਿੱਚ ਪੰਕਤੀ ਆਉਂਦੀ ਹੈ ਕਿ ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੇ ਜੱਗ ਵਿੱਚ ਕੋਆ। ਹੁਣ ਕਿਸੇ ਵੀ ਮੈਂ ਕਹਿੰਦਾ ਵਿਦਵਾਨ ਦੇ ਕੋਲੋਂ, ਕਿਸੇ ਵੀ ਸਕਾਲਰ ਦੇ ਕੋਲੋਂ ਜਾਂ ਅੱਜ ਤੱਕ ਜਿੰਨੀਆਂ ਵੀ ਹੋਈਆਂ ਵਿਆਖਿਆਵਾਂ ਨੇ ਉਹਨਾਂ ਸਾਰਿਆਂ ਦੇ ਵਿੱਚ ਇਸ ਪੌੜੀ ਦਾ ਤੁਸੀਂ ਭਾਵ-ਅਰਥ ਪੜ੍ਹ ਕੇ ਵੇਖ ਲਓ, ਉਹ ਨਹੀਂ ਨਿਕਲੇਗਾ ਜੋ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ ਹੋਇਆ। ਔਰ ਉਹਦੇ ਵਾਸਤੇ ਜਿਹੜਾ ਆਧਾਰ ਹੈ ਉਹ
1947 ਦੇ ਵਿੱਚ ਇਸ ਪੱਥਰ ਛਾਪੇ ਦੇ ਵਿੱਚ ਤਿਆਰ ਕਰ ਲਿਆ ਗਿਆ। ਇਹਦੇ ਵਿੱਚ ਕੀ ਲਿਖਿਆ ਗਿਆ? ਇਹਦੇ ਵਿੱਚ ਲਿਖਿਆ ਕਿ ਇਸ ਪੌੜੀ ਦੇ ਅਰਥ ਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਨਿਰੰਕਾਰ ਨੇ ਹੁਕਮ ਦਿੱਤਾ ਕਿ ਜਿਹੜੇ 4 ਵੇਦ ਨੇ ਉਹ ਤਾਂ ਪਹਿਲਾਂ ਹੀ ਸੰਸਾਰ ਦੇ ਵਿੱਚ ਨੇ, ਤੁਸੀਂ ਸੰਸਾਰ ਦੇ ਵਿੱਚ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ, ਤੁਰਕੀ ਬਾਣੀ ਦੇ ਰੂਪ ਦੇ ਵਿੱਚ 5ਵਾਂ ਵੇਦ ਜਿਹੜਾ ਹੈ ਉਸੇ ਪਰੰਪਰਾ ਦੇ ਵਿੱਚ ਲੈ ਕੇ ਆਓ। ਪਰ ਇਸ ਪੌੜੀ ਦੇ ਇਹ ਅਰਥ ਨਹੀਂ ਬਣਦੇ। ਪੱਥਰ ਛਾਪੇ ਦੇ ਵਿੱਚ ਇਹ ਮੌਜੂਦ ਆ, ਤੁਸੀਂ ਵੇਖ ਸਕਦੇ ਹੋ। ਇਸ ਨੇ ਆਧਾਰ ਤਿਆਰ ਕਰ ਦਿੱਤਾ ਕਿ ਜਿਹੜੀ ਗੁਰਬਾਣੀ ਹੈ ਉਹ ਵੇਦਾਂ ਦਾ ਸਾਰ ਹੈ। ਜਦੋਂ ਉਹ ਸਟੇਜਾਂ ਦੇ ਉੱਪਰੋਂ ਕਹਿੰਦੇ ਆ, ਅਸੀਂ ਠੀਕ ਹੈ ਚੀਕਦੇ ਆ, ਵਿਰੋਧਤਾ ਕਰਦੇ ਆ ਕਿ ਨਹੀਂ ਗੁਰਬਾਣੀ ਵੇਦਾਂ ਦੇ ਸਾਰ ਨਹੀਂ ਹੈ, ਇਹ ਜਾਣ ਬੁੱਝ ਕੇ ਸਾਡੇ ਉੱਪਰ ਜਿਹੜੀ ਇਹ ਗੱਲ ਥੋਪੀ ਜਾ ਰਹੀ ਹੈ, ਪਰ ਉਹਨਾਂ ਨੇ ਇਸ ਤੋਂ ਪਹਿਲਾਂ ਇਸ ਦੇ ਆਧਾਰ ਤਿਆਰ ਕਰ ਲਏ। ਹੁਣ ਅਸੀਂ ਕਰਦੇ ਆ ਕਿ ਜਦੋਂ ਸਿੱਖ ਗੁਰੂ ਸਾਹਿਬਾਨ ਨੂੰ ਰਾਮ ਦੀ ਕੁਲ ਦੇ ਨਾਲ ਜੋੜ ਕੇ ਵੇਖਿਆ ਜਾਂਦਾ, ਸ਼ਾਇਦ ਤੁਸੀਂ ਇੱਕ ਕਿਤਾਬ ਦਾ ਨਾਮ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਗਟ ਦਿਹਾੜੇ ਨੂੰ ਸਮਰਪਿਤ 550 ਸਾਲਾ ਜਿਹੜੇ ਉਹਨਾਂ ਦੇ ਸਮਾਗਮ ਮਨਾ ਰਹੇ ਸੀ, ਤਾਂ ਤਕਰੀਬਨ ਮੇਰੇ ਖਿਆਲ ਦੇ ਨਾਲ ਸਾਰੇ ਹੀ ਜਿਨੇ ਸਾਡੇ ਕਥਾਵਾਚਕ ਵੀਰ ਨੇ, ਪ੍ਰਚਾਰਕ ਨੇ, ਉਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ ਹੈ ਮੱਕੇ ਮਦੀਨੇ ਦੀ ਗੋਸ਼ਟ। ਇੱਕ ਮੱਕੇ ਮਦੀਨੇ ਦੀ ਗੋਸ਼ਟ ਉਹ ਹੈ ਜਿਹੜੀ ਤਾਜੁਦੀਨ ਨਕਸ਼ਬੰਦੀ ਦੀ ਲਿਖੀ ਹੋਈ ਹੈ, ਜਿਸ ਨੂੰ ਸੈਯਦ ਪ੍ਰਿਤਪਾਲ ਸਿੰਘ ਉਹਨਾਂ ਨੇ ਪਹਿਲਾਂ ਅਰਬੀ ਤੋਂ ਅੰਗਰੇਜ਼ੀ ਦੇ ਵਿੱਚ ਤੇ ਬਾਅਦ ਦੇ ਵਿੱਚ ਉਸ ਦਾ ਪੰਜਾਬੀ ਅਨੁਵਾਦ ਛਪਿਆ। ਦੂਸਰੀ ਜਿਹੜੀ ਮੱਕੇ ਮਦੀਨੇ ਦੀ ਗੋਸ਼ਟ ਹੈ, ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਵੀ ਲੋਕਾਂ ਨੇ ਇਹਦੇ ਉੱਪਰ, ਖਾਸ ਕਰਕੇ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਮੱਕੇ ਮਦੀਨੇ ਦੀ ਗੋਸ਼ਟ ਦੇ ਉੱਪਰ ਜਿੰਨੇ ਵੀ ਖੋਜ ਕਾਰਜ ਹੋਏ ਨੇ, ਉਹਨਾਂ ਦੇ ਮੁਤਾਬਕ ਇਸ ਦੇ ਲਿਖਾਰੀ ਦਾ ਨਾਮ ਪਤਾ ਨਹੀਂ। ਤੁਸੀਂ ਮੱਕੇ ਮਦੀਨੇ ਦੀ ਗੋਸ਼ਟ ਨੂੰ ਜੇਕਰ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਵਿੱਚ ਵੀ ਸਰਚ ਕਰਨ ਦੀ, ਖੋਜਣ ਦੀ ਕੋਸ਼ਿਸ਼ ਕਰੋਗੇ ਤੇ ਤੁਹਾਨੂੰ ਮਿਲੇਗਾ ਕਿ ਇਸ ਦਾ ਨਾਮ ਕਿਤੇ ਪਾਕਨਾਮਾ ਵੀ ਮਿਲਦਾ ਹੈ, ਕਿਤੇ ਨਸੀਹਤਨਾਮਾ ਗੁਰੂ ਨਾਨਕ ਜੀ ਕਾ ਵੀ ਮਿਲਦਾ ਹੈ, ਤੇ ਕਿਤੇ ਮੱਕੇ ਮਦੀਨੇ ਦੀ ਗੋਸ਼ਟ ਵੀ ਮਿਲਦਾ ਹੈ, ਤੇ ਕਿਤੇ ਇਸ ਦੇ 2 ਪਾਰਟ ਵੀ ਮਿਲਦੇ ਨੇ ਕਿ ਮੱਕੇ ਦੀ ਗੋਸ਼ਟ ਔਰ ਮਦੀਨੇ ਦੀ ਗੋਸ਼ਟ। ਇਸ ਦੇ ਲਿਖਾਰੀ ਦਾ ਨਾਮ ਨਹੀਂ ਮਿਲਦਾ। ਹੁਣ ਇਸ ਦਾ ਜਿਹੜਾ ਲਿਖਣ ਕਾਲ ਹੈ, ਬੇਸ਼ੱਕ ਕਿ ਜਿੰਨੇ ਵੀ ਲੋਕਾਂ ਨੇ ਇਸ ਦੇ ਉੱਪਰ ਖੋਜ ਕਾਰਜ ਕੀਤੇ ਨੇ, ਕਹਿੰਦੇ ਨੇ ਕਿ ਸਾਡੇ ਕੋਲ ਇਸ ਦਾ ਅਸਲ ਖਰੜਾ ਨਹੀਂ ਹੈ, ਪਰ ਜਿਹੜੇ ਇਸ ਦੇ ਉਤਾਰਿਆਂ ਦੇ ਉੱਪਰੋਂ ਖੋਜ ਕਾਰਜ ਹੋਏ ਨੇ ਉਹ ਕਹਿੰਦੇ ਨੇ ਕਿ ਇਸ ਦੇ ਲਿਖਣ ਦਾ ਕਾਲ ਜਿਹੜਾ ਹੈ ਉਹ 1736 ਤੋਂ ਲੈ ਕੇ 1740 ਦੇ ਵਿੱਚ ਬਣਦਾ। ਕੁਝ ਵਿਦਵਾਨ ਇਹ ਕਹਿੰਦੇ ਨੇ ਕਿ 1730 ਤੋਂ ਪਹਿਲਾਂ ਦਾ ਬਣਦਾ। ਹੁਣ ਤੁਸੀਂ ਆਪ ਖਿਆਲ ਕਰੋ ਕਿ 1730 ਉਸ ਸਮੇਂ ਦੇ ਲਿਖੇ ਹੋਏ ਸਰੋਤਾਂ ਦੇ ਵਿੱਚ ਆ ਜਿਹੜੀ ਲਵ ਕੁਸ਼ ਦੀ ਪਰੰਪਰਾ ਦੀ ਗੱਲ ਹੈ, ਇਹ ਸਾਰੀ ਜਿਹੜੀ ਆ ਉਹਦੇ ਵਿੱਚ ਆ ਚੁੱਕੀ ਸੀ। ਔਰ ਤੁਸੀਂ ਕਾਹਨ ਸਿੰਘ ਨਾਭਾ ਦਾ ਜਦੋਂ ਮਹਾਨ ਕੋਸ਼ ਪੜੋਗੇ, ਉਹ ਕਹਿੰਦੇ ਨੇ ਕਿ ਇਹ ਜਿਹੜਾ ਮੱਕੇ ਮਦੀਨੇ ਦੀ ਗੋਸ਼ਟ ਦਾ ਲਿਖਾਰੀ ਹੈ, ਇਹ ਇਸਲਾਮ ਮਤ ਦਾ ਚੰਗਾ ਜਾਣਕਾਰ ਹੈ, ਪਰ ਇਸਲਾਮ ਮਤ ਦੇ ਖਿਲਾਫ ਸਿੱਖਾਂ ਨੂੰ ਕਿਵੇਂ ਭਗਤਾਉਣਾ ਹੈ ਤੇ ਬ੍ਰਾਹਮਣਵਾਦ ਦੇ ਹੱਕ ਦੇ ਵਿੱਚ ਕਿਵੇਂ ਖੜੇ ਕਰਨਾ ਹੈ, ਉਹ ਇਸ ਲਿਖਾਰੀ ਦੀ ਮਾਨਸਿਕਤਾ ਦੀ ਇੱਕ ਬਹੁਤ ਵੱਡੀ ਸ਼ਰਾਰਤ ਹੈ। ਹੁਣ ਤੁਸੀਂ ਵੇਖੋ, ਇਹਦੇ ਵਿੱਚ ਇਹ ਲਿਖਿਆ ਗਿਆ ਹੈ ਕਿ ਮੱਕਾ ਸ਼ਰੀਫ ਦੇ ਵਿੱਚ ਜਿਹੜਾ ਉਹਨਾਂ ਦੀ ਸੰਗੇ ਅਸਵਦ ਹੈ, ਉਹ ਸੰਗੇ ਅਸਵਦ ਨਹੀਂ ਬਲਕਿ ਸ਼ਿਵਲਿੰਗ ਹੈ। ਇਸੇ ਤਰ੍ਹਾਂ ਇਹ ਕਿਹਾ ਗਿਆ ਹੈ ਕਿ ਮੁਸਲਮਾਨ ਜਿਹੜੇ ਵੀਰ ਨੇ ਉਹ ਸੂਰ ਦਾ ਮਾਸ ਇਸ ਕਰਕੇ ਨਹੀਂ ਖਾਂਦੇ ਕਿਉਂਕਿ ਜਿਹੜਾ ਵਿਸ਼ਨੂੰ ਨੇ ਵਰਾਹ ਦਾ ਰੂਪ ਧਾਰਨ ਕੀਤਾ ਸੀ, ਸੂਰ ਦਾ ਰੂਪ ਧਾਰਨ ਕੀਤਾ ਸੀ, ਜਿਸ ਨੂੰ ਵਰਾਹ ਅਵਤਾਰ ਕਿਹਾ ਜਾਂਦਾ ਹੈ। ਅਗਲੀ ਗੱਲ ਉਹ ਚ ਲਿਖੀ ਹੈ ਕਿ ਰਾਜੇ ਸਾਲਬਾਨ ਨੇ ਜਿਹੜਾ ਉਹ ਆਪਣੇ ਕਿਲੇ ਦੀ ਨੀਂਹ ਰੱਖਣ ਤੋਂ ਪਹਿਲਾਂ ਇੱਕ ਤੁਰਕ ਨੂੰ ਮਾਰ ਕੇ ਉਹਦੇ ਹੇਠ ਦੱਬਿਆ ਸੀ। ਭਾਵ ਕਿ ਇਵੇਂ ਦੀਆਂ ਗੱਲਾਂ ਉਹਦੇ ਵਿੱਚ ਪੇਸ਼ ਕਰ ਦਿੱਤੀਆਂ ਗਈਆਂ, ਜਿਸ ਤੋਂ ਇੰਜ ਲੱਗਾ ਕਿ ਜਿਹੜਾ ਸਿੱਖ ਧਰਮ ਹੈ ਉਹ ਮੂਲ ਰੂਪ ਦੇ ਵਿੱਚ ਇੱਕ ਧਰਮ ਦਾ ਵੈਰੀ ਹੈ, ਭਾਵੇਂ ਕਿ ਜਿਹੜਾ ਸਾਡਾ ਮੂਲ ਉਪਦੇਸ਼ ਸੀ ਧਰਮ ਦਾ ਉਹ ਖੱਤਰੀ, ਬ੍ਰਾਹਮਣ, ਸ਼ੂਦ, ਵੈਸ ਉਪਦੇਸ਼ ਚਹੁ ਵਰਨਾ ਕੋ ਸਾਂਝਾ ਸੀ। ਸੋ ਉਹਦੇ ਨਾਲ ਕੀ ਹੋਇਆ ਕਿ ਉਸ ਕਿਤਾਬ ਦੇ ਵਿੱਚ ਮੱਕੇ ਮਦੀਨੇ ਦੀ ਗੋਸ਼ਟ ਨੂੰ ਆਧਾਰ ਲਿਆ ਗਿਆ। ਹੁਣ ਅਗਲੀ ਗੱਲ ਆ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ। ਉਦਾਸੀਆਂ ਬੇਸ਼ੱਕ ਪ੍ਰਚਾਰਕ ਦੌਰੇ ਨੇ, ਔਰ ਉਦਾਸੀ ਦਾ ਭਾਵ ਇਹ ਹੁੰਦਾ ਹੈ ਕਿ ਇੱਕ ਚੀਜ਼ ਤੋਂ ਨਿਰਲੇਪ ਹੋ ਕੇ ਸੰਸਾਰ ਦੇ ਭਲੇ ਦੇ ਵਾਸਤੇ ਜਾਣਾ, ਕਿਉਂਕਿ ਗੁਰੂ ਨਾਨਕ ਸਾਹਿਬ ਮਾਇਆ ਤੋਂ ਨਿਰਲੇਪ ਲੈ ਕੇ ਤੇ ਸੰਸਾਰ ਨੂੰ ਜਿੱਥੇ ਵੀ ਗਏ ਨੇ ਉਹ ਉੱਥੇ ਸੱਚ ਦਾ ਉਪਦੇਸ਼ ਦ੍ਰਿੜ ਕਰਾਉਣ ਵਾਸਤੇ ਗਏ ਨੇ। ਪਰ ਇੱਥੇ ਸ਼ਬਦ ਵਰਤਿਆ ਗਿਆ ਤੀਰਥ ਯਾਤਰਾ, ਕਿ ਗੁਰੂ ਨਾਨਕ ਸਾਹਿਬ ਤੀਰਥ ਯਾਤਰਾ ਤੇ ਗਏ। ਹੁਣ ਉਦਾਸੀਆਂ ਦਾ ਵਿਚਾਰਧਾਰਕ ਪੱਖ ਔਰ ਤੀਰਥ ਯਾਤਰਾ ਦਾ ਵਿਚਾਰਧਾਰਕ ਪੱਖ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਿਤੇ ਵੀ ਮੇਲ ਨਹੀਂ ਖਾਂਦਾ।
ਤੀਰਥ ਯਾਤਰਾ ਦੇ ਵਿੱਚ ਮਨੁੱਖ ਦੀ ਮਾਨਸਿਕਤਾ ਹੁੰਦੀ ਹੈ ਕਿ ਜਿਸ ਤੀਰਥ ਦੇ ਉੱਪਰ ਜਾ ਰਿਹਾ ਉਸ ਪ੍ਰਤੀ ਉਸ ਸ਼ਰਧਾ ਨੂੰ ਪ੍ਰਗਟ ਕਰਨਾ। ਜਦੋਂ ਗੁਰੂ ਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰਿਆਂ ਦੇ ਉੱਪਰ ਨਿਕਲੇ ਨੇ ਤੇ ਉਹ ਜਿਸ ਵੀ ਤੀਰਥ ਸਥਾਨ ਦੇ ਉੱਪਰ ਗਏ ਨੇ ਉਸ ਜਗ੍ਹਾ ਦੇ ਉੱਪਰ ਜਿਹੜਾ ਕਰਮਕਾਂਡ ਹੋ ਰਿਹਾ ਸੀ ਗੁਰੂ ਨਾਨਕ ਸਾਹਿਬ ਨੇ ਉਸ ਦਾ ਖੰਡਨ ਕੀਤਾ। ਹਰਿਦੁਆਰ ਦੇ ਵਿੱਚ ਕੋਈ ਛੋਟਾ ਤੀਰਥ ਨਹੀਂ ਸੀ, ਉੱਥੇ ਗੁਰੂ ਸਾਹਿਬ ਨੇ ਪਿੱਤਰਾਂ ਨੂੰ ਪਾਣੀ ਦੇਣ ਦਾ ਖੰਡਨ ਕੀਤਾ। ਉਸ ਤੋਂ ਬਾਅਦ ਜਗਨਨਾਥਪੁਰੀ, ਮੇਰੇ ਖਿਆਲ ਦੇ ਨਾਲ ਪੁਰੀਆਂ ਦੇ ਵਿੱਚ ਜਿਹਦਾ ਦਰਜਾ ਹੈ ਔਰ ਜਿਹੜਾ ਕਹਿ ਸਕਦੇ ਹੋ ਕਿ ਹਿੰਦੂ ਧਰਮ ਦੇ ਸਭ ਤੋਂ ਵੱਡੇ ਤੀਰਥਾਂ 'ਚ ਗਿਣਿਆ ਜਾਂਦਾ ਹੈ, ਉੱਥੇ ਗੁਰੂ ਨਾਨਕ ਸਾਹਿਬ ਨੇ ਆਰਤੀ ਦਾ ਖੰਡਨ ਕੀਤਾ। ਇਸੇ ਤਰ੍ਹਾਂ ਜਿੰਨੇ ਵੀ ਧਰਮਾਂ ਦੇ ਅਸਥਾਨਾਂ ਦੇ ਉੱਪਰ ਗਏ ਨੇ ਉੱਥੇ ਗੁਰੂ ਸਾਹਿਬ ਨੇ ਉਹਨਾਂ ਧਰਮਾਂ ਪ੍ਰਤੀ ਆਪਣੀ ਸ਼ਰਧਾ ਜਾਂ ਅਕੀਦਤ ਨੂੰ ਕੇਵਲ ਪੇਸ਼ ਨਹੀਂ ਕੀਤਾ, ਬਲਕਿ ਉੱਥੇ ਜਿਹੜੇ ਹੋ ਰਹੇ ਕਰਮਕਾਂਡ ਸੀ ਉੱਥੇ ਉਹਨਾਂ ਲੋਕਾਂ ਨੂੰ ਉਹਨਾਂ ਤੋਂ ਸਾਵਧਾਨ ਕੀਤਾ। ਪਰ ਇਸ ਕਿਤਾਬ ਦੇ ਵਿੱਚ ਇੱਕ ਵੱਖਰਾ ਜਿਹੜਾ ਰੂਪ ਸਿਰਜਿਆ ਗਿਆ ਗੁਰੂ ਨਾਨਕ ਸਾਹਿਬ ਦੇ ਪ੍ਰਚਾਰਕ ਦੌਰਿਆਂ ਦਾ ਕਿ ਗੁਰੂ ਨਾਨਕ ਸਾਹਿਬ ਤੀਰਥ ਯਾਤਰਾ ਤੇ ਗਏ ਤੇ ਜਿਹੜੀਆਂ ਤੀਰਥ ਯਾਤਰਾ ਕਰਦੇ ਕਰਦੇ ਗੁਰੂ ਨਾਨਕ ਸਾਹਿਬ ਸਰਯੂ ਨਦੀ ਨੂੰ ਪਾਰ ਕਰਕੇ ਅਯੁੱਧਿਆ ਪਹੁੰਚੇ। ਹੁਣ ਇੱਥੇ ਬੜੀ ਅਹਿਮ ਗੱਲ, ਦੋ ਗੱਲਾਂ। ਪਹਿਲੀ ਗੱਲ ਹੈ ਕਿ ਪੁਰਾਤਨ ਜਨਮ ਸਾਖੀ ਦੇ ਵਿੱਚ, ਤੇ ਬੇਸ਼ੱਕ ਸਾਡੇ ਬਹੁਤ ਸਾਰੇ ਵਿਦਵਾਨਾਂ ਦਾ ਮਤ ਹੈ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਜਿਹੜੀ ਹੈ ਉਹ ਬਾਅਦ ਦੇ ਵਿੱਚ ਲਿਖੀ ਗਈ ਹੈ, ਬਾਲਾ ਕੋਈ ਪਾਤਰ ਨਹੀਂ ਹੋਇਆ। ਪਰ ਇਸ ਮੌਕੇ ਦੇ ਉੱਪਰ ਮੇਰੇ ਖਿਆਲ ਦੇ ਨਾਲ ਇਸ ਵਿਸ਼ੇ ਦੇ ਵਿੱਚ ਮੈਂ ਇਸ ਬਹਿਸ ਦੇ ਵਿੱਚ ਨਹੀਂ ਪੈਣਾ ਚਾਹੁੰਦਾ ਕਿ ਉਹ ਬਾਲਾ ਕ੍ਰਿਤ ਹੈ ਜਾਂ ਨਹੀਂ ਹੈ, ਪਰ ਇੱਥੇ ਸਿਰਫ ਇਹ ਕਹਿਣਾ ਚਾਹੁੰਦਾ ਹੈ ਕਿ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਤੇ ਪੁਰਾਤਨ ਜਨਮ ਸਾਖੀ ਦੇ ਜਿਸ ਨੂੰ ਵਲਾਇਤ ਵਾਲੀ ਜਨਮ ਸਾਖੀ ਵੀ ਕਿਹਾ ਜਾਂਦਾ ਹੈ, ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਅਯੁੱਧਿਆ ਜਾਣ ਦਾ ਕੋਈ ਜ਼ਿਕਰ ਨਹੀਂ। ਪਰ ਮਨੀ ਸਿੰਘ ਵਾਲੀ ਜਿਹੜੀ ਪ੍ਰਚਲਿਤ ਜਨਮ ਸਾਖੀ ਹੈ ਉਸ ਦਾ ਜਿਹੜਾ ਪੱਥਰ ਛਾਪਾ 1947 ਦੇ ਵਿੱਚ ਲਾਹੌਰ ਦੀ ਪ੍ਰੈਸ ਦੇ ਵਿੱਚ ਜਿਹੜਾ ਛਾਪਿਆ ਗਿਆ ਉਹਦੇ ਵਿੱਚ ਜ਼ਿਕਰ ਹੈ। ਪਰ ਉੱਥੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਅਯੁੱਧਿਆ ਪਹੁੰਚ ਕੇ ਉਹਨਾਂ ਪੰਡਤਾਂ ਦੇ ਸਾਹਮਣੇ ਸਵਾਲ ਰੱਖਿਆ ਉਹ ਬੜਾ ਅਹਿਮ ਹੈ। ਤੇ ਗੁਰੂ ਨਾਨਕ ਸਾਹਿਬ ਦੇ ਅਯੁੱਧਿਆ ਜਾਣ ਦਾ ਜ਼ਿਕਰ ਜਿਹੜਾ ਹੈ ਉਹ ਸਾਨੂੰ ਦੋ ਸਰੋਤਾਂ 'ਚ ਹੋਰ ਮਿਲਦਾ ਹੈ। ਇੱਕ ਤੀਜਾ ਸਰੋਤ ਹੋ ਰਿਹਾ, ਉਹ ਕਿਵੇਂ ਸਿਰਜਿਆ ਗਿਆ ਮੈਂ ਉਸ ਦੇ ਬਾਰੇ ਤੁਹਾਡੇ ਨਾਲ ਬਾਅਦ ਦੇ ਵਿੱਚ ਗੱਲ ਕਰਦਾ। ਉਹ ਜਿਹੜੇ ਦੋ ਸਰੋਤ ਨੇ ਉਹਨਾਂ ਦੇ ਵਿੱਚ ਇਸ ਦਾ ਜ਼ਿਕਰ ਮਿਲਦਾ ਹੈ। ਉਹਨਾਂ ਦੇ ਵਿੱਚੋਂ ਇੱਕ ਸਰੋਤ ਹੈ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ। ਹੁਣ ਉੱਥੇ ਜਦੋਂ ਗੁਰੂ ਨਾਨਕ ਸਾਹਿਬ ਅਯੁੱਧਿਆ ਜਾਂਦੇ ਨੇ ਤੇ ਉੱਥੋਂ ਦੇ ਵਾਸੀਆਂ ਨੇ ਇੱਕ ਸਵਾਲ ਬੜਾ ਅਹਿਮ ਕਰਦੇ ਨੇ ਤੇ ਉਸ ਸਵਾਲ ਨੂੰ ਕਰਨ ਸਮੇਂ ਭਾਈ ਮਨੀ ਸਿੰਘ ਨੇ ਆਪਣੀ ਜਨਮ ਸਾਖੀ ਦੇ ਵਿੱਚ ਜਿਹੜਾ ਹਵਾਲਾ ਦਿੱਤਾ ਹੈ ਉਹ ਬਚਿੱਤਰ ਨਾਟਕ ਚੋਂ ਦਿੱਤਾ ਹੈ, ਦਸਮ ਗ੍ਰੰਥ ਦੇ ਵਿੱਚੋਂ ਦਿੱਤਾ ਹੈ। ਗੁਰੂ ਨਾਨਕ ਸਾਹਿਬ ਉੱਥੇ ਸਵਾਲ ਕਰਦੇ ਨੇ ਕਿ ਤੁਸੀਂ ਅਯੁੱਧਿਆ ਵਾਸੀ ਲੋਕ ਇੱਥੇ ਵਸਤਾ ਰਹੇ ਹੋ, ਪਰ ਮੈਨੂੰ ਇੱਕ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਧਾਰਮਿਕ ਸਰੋਤ ਤਾਂ ਇਹ ਕਹਿੰਦੇ ਨੇ ਕਿ ਜਦੋਂ ਭਗਵਾਨ ਰਾਮ ਇਸ ਸੰਸਾਰ ਤੋਂ ਗਿਆ ਤਾਂ ਉਸ ਵੇਲੇ ਸਾਰੀ ਅਯੁੱਧਿਆ ਨਗਰੀ ਨੂੰ ਨਾਲ ਲੈ ਗਿਆ, ਇਹ ਅਯੁੱਧਿਆ ਨਗਰੀ ਕਿੱਥੋਂ ਆ ਗਈ? ਔਰ ਉਹਦੇ ਅੱਗੇ ਉਹਨਾਂ ਨੇ ਹਵਾਲਾ ਵੀ ਇਹ ਦਿੱਤਾ ਹੈ ਕਿ ਰਾਮ ਕਥਾ ਜੁਗ ਜੁਗ ਅਟਲ, ਸਭ ਕੋਈ ਭਾਖਤ ਨੇਤ, ਸੁਰਗਵਾਸ ਰਘੁਬਰ ਕਰਾ ਸਗਰੀਪੁਰੀ ਸਮੇਤ। ਹੁਣ ਸਾਨੂੰ ਇਹ ਸਵਾਲ ਦੁਬਾਰਾ ਸਿਰਜਣ ਦੀ ਲੋੜ ਹੈ ਕਿ ਜੇਕਰ ਤੁਹਾਡੇ ਸਰੋਤ ਕਹਿੰਦੇ ਨੇ ਕਿ ਭਗਵਾਨ ਰਾਮ ਅਯੁੱਧਿਆ ਸਮੇਤ ਹੀ ਸਵਰਗਾਂ ਦੇ ਵਿੱਚ ਚਲੇ ਗਏ ਤੇ ਫਿਰ ਇਹ ਅਯੁੱਧਿਆ ਨਗਰੀ ਕਿੱਥੋਂ ਆ ਗਈ? ਫਿਰ ਜਨਮ ਸਥਾਨ ਕਿੱਥੋਂ ਰਹਿ ਗਿਆ? ਫਿਰ ਉਹਦਾ ਜਵਾਬ ਸਿਰਜਿਆ ਗਿਆ। ਉਹਦਾ ਜਵਾਬ ਕੀ ਸਿਰਜਿਆ ਗਿਆ ਕਿ ਅਯੁੱਧਿਆ ਦੇ ਜਿਹੜੇ ਲੋਕ ਨੇ ਉਹ ਗੁਰੂ ਨਾਨਕ ਸਾਹਿਬ ਨੂੰ ਜਵਾਬ ਦਿੰਦੇ ਨੇ ਕਿ ਨਹੀਂ, ਨਗਰੀ ਨਹੀਂ ਸੀ ਗਈ, ਬਸ ਨਗਰੀ ਦੇ ਜਿਹੜੇ ਲੋਕ ਸੀ ਉਹ ਚਲੇ ਗਏ ਸੀ ਨਾਲ। ਹੁਣ ਅਗਲਾ ਸਵਾਲ ਇਹ ਹੋਵੇਗਾ ਕਿ ਇੱਕ ਵਿਅਕਤੀ ਦੀ ਤਾਂ ਮ੍ਰਿਤੂ ਹੋਈ ਆ, ਮੌਤ ਹੋਈ ਆ, ਉਹ ਤੇ ਮੰਨਿਆ ਚਲਾ ਗਿਆ, ਤੇ ਬਾਕੀ ਕਿਵੇਂ ਗਏ? ਉਹਦੇ ਅੱਗੇ ਫਿਰ ਤੀਜਾ ਜਿਹੜਾ ਜਵਾਬ ਉਹਦਾ ਇਹ ਸਿਰਜਿਆ ਗਿਆ ਕਿ ਨਹੀਂ, ਜਦੋਂ ਭਗਵਾਨ ਰਾਮ ਨੇ ਸਰਜੂ ਨਦੀ ਦੇ ਵਿੱਚ ਛਾਲ ਮਾਰੀ, ਭਾਵ ਕਿ ਆਤਮ ਹੱਤਿਆ ਕੀਤੀ, ਤੇ ਸਾਰੇ ਸ਼ਹਿਰ ਦੇ ਲੋਕਾਂ ਨੇ ਵੀ ਉੱਥੇ ਆਤਮ ਹੱਤਿਆ ਕਰ ਦਿੱਤੀ। ਇੱਕ ਦਾ ਇਹ ਰੂਪ ਇੱਕ ਸਰੋਤ ਦੇ ਵਿੱਚ ਸਿਰਜਿਆ ਗਿਆ। ਦੂਜੇ 'ਚ ਇਹ ਗਿਆ ਕਿ ਜਦੋਂ ਭਗਵਾਨ ਰਾਮ ਦੇ ਅਸਥ ਜਿਹੜੇ ਸੀ ਉੱਥੇ ਪ੍ਰਵਾਹ ਕੀਤੇ ਤਾਂ ਸ਼ਹਿਰ ਦੇ ਸਾਰੇ ਹੀ ਲੋਕਾਂ ਨੇ ਸਰਯੂ ਨਦੀ ਦੇ ਵਿੱਚ ਛਾਲਾ ਮਾਰ ਕੇ ਆਤਮ ਹੱਤਿਆ ਕਰ ਲਈ। ਹੁਣ ਇਹ ਤੁਸੀਂ ਵੇਖ ਲਓ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਸਰੋਤ ਨੇ ਉਹਨਾਂ ਦੇ ਵਿੱਚੋਂ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਮਨਗੋਭਾ ਕੀਤਾ ਜਾਂਦਾ ਔਰ ਉਹ ਕਿਵੇਂ ਸਿਰਜੀਆਂ ਜਾਂਦੀਆਂ ਨੇ। ਹੁਣ ਅਗਲੀ ਗੱਲ, ਮਿਹਰਬਾਨ ਵਾਲੀ ਜਨਮ ਸਾਖੀ। ਮਿਹਰਬਾਨ ਵਾਲੀ ਜਨਮ ਸਾਖੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਅਯੁੱਧਿਆ ਜਾਣ ਦਾ ਜ਼ਿਕਰ ਮਿਲਦਾ ਹੈ, ਪਰ ਉੱਥੇ ਜਾ ਕੇ ਵੀ ਗੁਰੂ ਨਾਨਕ ਸਾਹਿਬ ਉਹਨਾਂ ਲੋਕਾਂ ਨੂੰ ਕਰਮਕਾਂਡ ਤੋਂ ਮੁਕਤ ਹੋਣ ਦੀ ਸਿੱਖਿਆ ਦਿੰਦੇ ਨੇ, ਔਰ ਜਿਹੜੇ ਉੱਥੇ ਕਰਮਕਾਂਡਾਂ ਤੋਂ ਮੁਕਤ ਹੋਣ ਦੀ ਸਿੱਖਿਆ ਦਿੰਦੇ ਨੇ
ਉਹ ਸਾਰੇ ਉਹ ਕਰਮਕਾਂਡ ਨੇ ਜਿਹੜੇ ਭਗਵਾਨ ਰਾਮ ਦੀ ਕੋਲ ਦੇ ਵਿੱਚ ਕੀਤੇ ਜਾਂਦੇ ਰਹੇ ਨੇ। ਜਨੇਊ ਦਾ ਪਾਉਣਾ, ਜੱਗ ਕਰਨੇ, ਬਲੀ ਦੇਣੀ, ਅਸ਼ਵਮੇਵ ਜੱਗ ਕਰਨੇ, ਕਿ ਜਿੰਨੇ ਵੀ ਕਰਮਕਾਂਡ ਰਘੂ ਕੁਲ ਦੇ ਵਿੱਚ ਹੁੰਦੇ ਰਹੇ ਨੇ, ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਸਾਰਿਆਂ ਦਾ ਖੰਡਨ ਕੀਤਾ ਹੈ। ਪਰ ਹੈਰਾਨਗੀ ਦੀ ਗੱਲ ਹੈ ਕਿ ਕਿਸੇ ਇੱਕ ਵੀ ਸਰੋਤ ਦੇ ਵਿੱਚ ਇਹ ਜਿਹੜੇ ਮੈਂ ਦੋ ਦੱਸੇ ਨੇ, ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਤੇ ਮੱਕੇ ਮਦੀਨੇ ਦੀ ਗੋਸ਼ਟ ਤੇ ਭਾਈ ਮਿਹਰਬਾਨ ਵਾਲੀ ਜਨਮ ਸਾਖੀ, ਇਹਨਾਂ ਵਿੱਚੋਂ ਕਿਸੇ ਇੱਕ ਵੀ ਸਰੋਤ ਦੇ ਵਿੱਚ ਇਹ ਜ਼ਿਕਰ ਨਹੀਂ ਮਿਲਦਾ ਕਿ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਕਿਹਾ ਹੋਵੇ ਕਿ ਅਸੀਂ ਆਪਣੇ ਵਡੇਰਿਆਂ ਦੀ ਜਗ੍ਹਾ ਦੇ ਉੱਪਰ ਆਏ ਹਾਂ, ਅਸੀਂ ਆਪਣੇ ਵਡੇਰਿਆਂ ਦੀ ਜਗ੍ਹਾ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ। ਗੁਰੂ ਨਾਨਕ ਸਾਹਿਬ ਨੇ ਤਾਂ ਉੱਥੇ ਜਾ ਕੇ ਅਯੁੱਧਿਆ ਵਾਸੀਆਂ ਦੇ ਵੱਲੋਂ ਰਾਮ ਦੇ ਨਾਮ ਦੇ ਉੱਪਰ ਕੀਤੇ ਜਾ ਰਹੇ ਜਿਹੜੇ ਕਰਮਕਾਂਡ ਨੇ ਉਹਨਾਂ ਦਾ ਖੰਡਨ ਕੀਤਾ ਹੈ। ਔਰ ਮੈਂ ਪਹਿਲਾਂ ਵੀ ਦੱਸ ਚੁੱਕਾ ਹਾਂ ਕਿ ਨਾ ਤਾਂ ਪੁਰਾਤਨ ਜਨਮ ਸਾਖੀ ਦੇ ਵਿੱਚ ਔਰ ਨਾ ਹੀ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਵਿੱਚ ਜਾਂ ਹੋਰ ਸਾਡੇ ਇਤਿਹਾਸਿਕ ਸਰੋਤਾਂ ਦੇ ਵਿੱਚ ਇਸ ਘਟਨਾਕ੍ਰਮ ਦਾ ਜ਼ਿਕਰ ਮਿਲਦਾ ਹੈ। ਪਰ ਜਿਹੜਾ ਇਸ ਦਾ ਜ਼ਿਕਰ ਮਿਲਦਾ, ਇੱਕ ਤਾਂ ਭਾਈ ਮਨੀ ਸਿੰਘ ਦੀ ਜਿਹੜੀ ਪੱਥਰ ਛਾਪੇ ਦਾ ਜਿਹੜਾ ਉਹਦਾ ਛਾਪਿਆ ਹੋਇਆ ਲਾਹੌਰ ਤੋਂ 1947 ਦੇ ਵਿੱਚ ਛਪਿਆ ਹੋਇਆ ਜਿਹੜੀ ਪ੍ਰਕਾਸ਼ਨ ਹੈ ਉਹਦੇ ਵਿੱਚ, ਤੇ ਮਿਹਰਬਾਨ ਵਾਲੀ ਜਨਮ ਸਾਖੀ 'ਚ ਮਿਲਦਾ ਹੈ। ਪਰ ਮਿਹਰਬਾਨ ਵਾਲੀ ਜਨਮ ਸਾਖੀ ਦੇ ਵਿੱਚ ਬਿਲਕੁਲ ਉੱਥੋਂ ਦੇ ਜਿਹੜੇ ਕਰਮਕਾਂਡ ਨੇ ਉਹਦਾ ਖੰਡਨ ਕੀਤਾ ਗਿਆ। ਪਰ ਹੁਣ ਇਸ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਇਆ ਕਿਵੇਂ ਗਿਆ? ਇਸ ਨੂੰ ਆਪਣੇ ਹੱਕ ਦੇ ਵਿੱਚ ਭੁਗਤਾਇਆ ਗਿਆ ਕਿ ਇੱਕ ਗ੍ਰੰਥ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਗ੍ਰੰਥ ਦਾ ਨਾਮ ਉਸਨੇ ਲਿਖਿਆ ਹੈ ਗੁਰੂ ਨਾਨਕ ਬੰਸ ਪ੍ਰਕਾਸ਼। ਹੁਣ ਗੁਰੂ ਨਾਨਕ ਬੰਸ ਪ੍ਰਕਾਸ਼ ਦੇ ਬਾਰੇ ਇਹ ਜ਼ਿਕਰ ਉਸ ਲਿਖਾਰੀ ਨੇ ਕੀਤਾ ਹੈ ਕਿ 1830 ਦੇ ਵਿੱਚ ਨਾਨਕ ਸਾਹਿਬ ਦੇ ਪੁੱਤਰ ਲక్ష్ਮੀ ਚੰਦ ਦੀ 8ਵੀਂ ਪੀੜ੍ਹੀ ਜਿਹੜੀ ਆ ਉਹਦੇ ਵਿੱਚ ਜਿਹੜੇ ਸੁਖ ਬਾਸੀ ਰਾਮ ਹੋਏ ਨੇ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਬੰਸ ਪ੍ਰਕਾਸ਼ ਨੂੰ ਲਿਖਿਆ। ਔਰ ਉਸ ਬੰਸ ਪ੍ਰਕਾਸ਼ ਦੇ ਵਿੱਚ ਇਹ ਲਾਈਨਾਂ ਜਿਹੜੀਆਂ ਨੇ ਇਸ ਕਿਤਾਬ ਦੇ ਵਿੱਚ ਹਵਾਲੇ ਵਜੋਂ ਵਰਤੀਆਂ ਗਈਆਂ ਕਿ ਜਦੋਂ ਗੁਰੂ ਨਾਨਕ ਸਾਹਿਬ ਅਯੁੱਧਿਆ ਗਏ ਤੇ ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਸਰਯੂ ਨਦੀ ਦੇ ਵਿੱਚ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਤੇ ਉਸ ਤੋਂ ਬਾਅਦ ਆਪਣੇ ਵਡੇਰੇ ਰਾਮ ਦੇ ਜਨਮ ਅਸਥਾਨ ਨੂੰ ਵੇਖ ਕੇ ਗੁਰੂ ਨਾਨਕ ਸਾਹਿਬ ਬੜੇ ਪ੍ਰਸੰਨ ਹੋਏ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਗੋਬਿੰਦ ਰਾਮਾਇਣ ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਰਚਿਤ ਜਿਸ ਨੂੰ ਜ਼ਿਕਰ ਕੀਤਾ ਗਿਆ ਉਸ ਮੰਚ ਦੇ ਉੱਪਰੋਂ ਗੋਬਿੰਦ ਰਾਮਾਇਣ ਜਾਂ ਰਾਮਾਵਤਾਰ, ਉਹਦੇ ਜ਼ਿਕਰ ਦੇ ਉੱਪਰ ਤਾਂ ਬਾਅਦ ਦੇ ਵਿੱਚ ਆਵਾਂਗੇ। ਪਹਿਲਾਂ ਤੁਹਾਨੂੰ ਇਹ ਦੱਸਣ ਦੀ ਲੋੜ ਸੀ ਕਿ ਗੁਰੂ ਨਾਨਕ ਸਾਹਿਬ ਨੂੰ ਅਯੁੱਧਿਆ ਵਿਖੇ ਰਾਮ ਦਾ ਕਹਿ ਸਕਦੇ ਹੋ ਕਿ ਸ਼ਰਧਾਲੂ ਜਾਂ ਰਾਮ ਦੇ ਵਿੱਚ ਆਸਥਾ ਪ੍ਰਗਟਾਉਣ ਦੇ ਵਾਸਤੇ ਜਿਹੜੇ ਉਹਨਾਂ ਵੱਲੋਂ ਸਰੋਤਾਂ ਦੀ ਵਰਤੋਂ ਕੀਤੀ ਗਈ ਉਹ ਕੇਵਲ ਇੱਕ ਨਹੀਂ ਬਹੁਤ ਹੈ, ਜਿਨ੍ਹਾਂ ਸਾਰਿਆਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਪੜਾਅਵਾਰ ਕਰਾਂਗਾ। ਦੂਸਰੀ ਗੱਲ ਜਿਹੜੀ ਅਹਿਮ ਹੈ ਕਿ ਭਗਵਾਨ ਮਹਾਰਿਸ਼ੀ ਬਾਲਮੀਕ ਦੀ ਰਮਾਇਣ ਦੇ ਮੁਤਾਬਕ ਰਾਮ ਨੇ ਆਪਣੇ ਜਿਉਂਦਿਆਂ ਹੀ ਆਪਣਾ ਜਿਹੜਾ ਕੌਸ਼ਲ ਰਾਜ ਹੈ ਉਸ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਆਪਣੇ ਪੁੱਤਰਾਂ ਦੇ ਵਿੱਚ। ਜਿਹੜਾ ਕਸ਼ੂ ਨੂੰ ਦਿੱਤਾ ਉਸ ਨੂੰ ਜਿਹੜਾ ਸੀਗਾ ਇੱਕ ਪਾਸੇ ਦਾ ਦੇ ਦਿੱਤਾ, ਦੂਜੇ ਪਾਸੇ ਦਾ ਜਿਹੜਾ ਰਾਜ ਸੀ ਉਹ ਲਵ ਨੂੰ ਦਾ ਦਿੱਤਾ। ਇੱਕ ਨੂੰ ਕਸ਼ੂਵਤੀ ਦਾ ਨਾਮ ਦਿੱਤਾ ਗਿਆ, ਉਹਦੀ ਜਿਹੜੀ ਰਾਜਧਾਨੀ ਸੀ, ਦੂਜੀ ਨੂੰ ਸ਼੍ਰੀਵਾਸਤੀ ਦਾ ਨਾਮ ਦਿੱਤਾ ਗਿਆ, ਉਹ ਲਵ ਦੀ ਰਾਜਧਾਨੀ ਸੀ। ਪਰ ਇਹ ਕਸ਼ੂ ਤੋਂ ਕਸੂਰ ਤੇ ਲਵ ਤੋਂ ਲਾਹੌਰ ਸ਼ਹਿਰ ਜਿਹੜੇ ਨੇ ਇਹ ਸਾਡੇ ਸਰੋਤਾਂ 'ਚ ਕਿਵੇਂ ਆਏ, ਇਹ ਸਾਡੇ ਸਾਹਮਣੇ ਇੱਕ ਖੋਜ ਦਾ ਵਿਸ਼ਾ ਹੈ। ਕਿਉਂਕਿ ਜੇਕਰ ਅਸੀਂ ਭਗਵਾਨ ਰਾਮ ਦੇ ਜੀਵਨ ਦੇ ਉੱਪਰ ਸਭ ਤੋਂ ਪੁਰਾਤਨ ਸਰੋਤ ਗਿਣਦੇ ਹਾਂ ਤਾਂ ਉਹ ਮਹਾਰਿਸ਼ੀ ਬਾਲਮੀਕ ਦੀ ਰਮਾਇਣ ਹੈ। ਤੇ ਮਹਾਰਿਸ਼ੀ ਬਾਲਮੀਕ ਦੀ ਰਮਾਇਣ ਦੇ ਵਿੱਚ ਲਾਹੌਰ ਤੇ ਕਸੂਰ ਦਾ ਕੋਈ ਜ਼ਿਕਰ ਨਹੀਂ ਆਉਂਦਾ, ਨਾ ਹੀ ਕਿਤੇ ਲਵਪੁਰ ਦਾ ਜ਼ਿਕਰ ਆਉਂਦਾ ਹੈ। ਉਸ ਦੇ ਵਿੱਚ ਕੇਵਲ ਤੇ ਕੇਵਲ ਜ਼ਿਕਰ ਆਉਂਦਾ ਹੈ ਕਿ ਉਸ ਨੇ ਆਪਣੇ ਨਾਮ ਦੇ ਉੱਪਰ ਕੁਸ਼ਾਵਤੀ ਕੁਸ਼ ਨੇ ਤੇ ਸ਼੍ਰੀਵਾਸਵਤੀ ਜਿਹੜੀ ਆ ਉਹ ਲਵ ਨੇ ਆਪਣੇ ਨਾਮ ਦੇ ਉੱਪਰ ਜਿਹੜੀਆਂ ਆਪਣੀਆਂ ਰਾਜਧਾਨੀਆਂ ਸੀ ਉਹਨਾਂ ਦਾ ਨਾਮਕਰਨ ਕੀਤਾ। ਤੇ ਇਹ ਜਿਹੜੇ ਨੇ ਕੌਸ਼ਲ ਰਾਜ ਦੇ ਦੋ ਹਿੱਸੇ ਬਣੇ, ਇੱਕ ਉੱਤਰ ਦੇ ਵਿੱਚ ਔਰ ਇੱਕ ਦੱਖਣ ਦੇ ਵਿੱਚ। ਹੁਣ ਜਿਹੜਾ ਲਵਪੁਰ ਸ਼ਬਦ ਤੇ ਲਾਹੌਰ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਆਪਣੇ ਵਡੇਰਿਆਂ ਦੇ ਨਾਲ ਜੋੜਨ ਦੇ ਵਾਸਤੇ ਭਾਈ ਮਨੀ ਸਿੰਘ ਵਾਲੀ ਜਨਮ ਸਾਖੀ ਦੀ ਇੱਕ ਲਾਈਨ ਦਾ ਹਵਾਲਾ ਲਿਆ ਗਿਆ, ਪਰ ਉਹਦੀ ਜਿਹੜੀ ਵਿਆਖਿਆ ਹੈ ਉਹ ਆਪਣੇ ਮੁਤਾਬਕ ਕੀਤੀ ਗਈ। ਉਹਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਜਿਸ ਵੇਲੇ ਬਾਬਰ ਦੀਆਂ ਫੌਜਾਂ ਨੇ ਲਾਹੌਰ ਦੇ ਵਿੱਚ ਕਾਫੀ ਲੋਕਾਂ ਦਾ ਕਤਲੇਆਮ ਕੀਤਾ, ਜਿਸ ਦਾ ਜ਼ਿਕਰ ਸਾਨੂੰ ਬਹੁਤ ਸਾਰੇ ਸਰੋਤਾਂ ਦੇ ਵਿੱਚ ਮਿਲਦਾ ਹੈ, ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਕਿਹਾ, ਕਿਉਂਕਿ ਇਹ ਜਨਮ ਸਾਖੀ ਹੈ ਜਿਹੜੀ ਭਾਈ ਮਨੀ ਸਿੰਘ ਲਿਖ ਰਹੇ ਨੇ।
ਹੁਣ ਉਹ ਮਨੀ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਬਾਅਦ ਹੋਏ ਨੇ ਤੇ ਉਹ ਇੱਕ ਪਰੰਪਰਾ ਨੂੰ ਜੋੜਦੇ ਨੇ। ਉੱਥੇ ਉਹ ਕਹਿੰਦੇ ਨੇ ਕਿ ਮਰਦਾਨਿਆਂ, ਅਸੀਂ 10ਵੇਂ ਜਾਮੇ ਦੇ ਵਿੱਚ ਜਿਹੜੇ ਲੋਕਾਂ ਨੇ ਲਾਹੌਰ ਦੇ ਵਿੱਚ ਇੰਨਾ ਜ਼ਿਆਦਾ ਕਤਲੇਆਮ ਕੀਤਾ ਹੈ, ਅਸੀਂ ਇਸ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਸਜ਼ਾਵਾਂ ਦੇਵਾਂਗੇ। ਪਰ ਇਹਦੀ ਜਿਹੜੀ ਵਿਆਖਿਆ ਇਸ ਕਿਤਾਬ ਦੇ ਵਿੱਚ ਕੀਤੀ ਗਈ, ਉਹਦੇ ਚ ਲਿਖਿਆ ਗਿਆ ਕਿ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਨੂੰ ਸਮਝਾਇਆ ਕਿ ਇਹ ਸਾਡੇ ਵਡੇਰਿਆਂ ਦਾ, ਸਾਡੀ ਜਿਹੜੀ ਵੰਸ਼ ਪਰੰਪਰਾ ਦੇ ਨਾਲ ਜੁੜੇ ਹੋਏ ਵਡੇਰਿਆਂ ਦਾ, ਸਾਡੇ ਲਵ ਦਾ ਜਿਹੜਾ ਸ਼ਹਿਰ ਸੀਗਾ ਉਸ ਨੂੰ ਉਜਾੜਿਆ ਗਿਆ ਤੇ ਅਸੀਂ ਇਸ ਦਾ ਬਦਲਾ ਲਵਾਂਗੇ। ਹੁਣ ਤੁਸੀਂ ਇਹ ਵੇਖ ਲਓ ਕਿ ਕਿਸ ਤਰੀਕੇ ਦੇ ਨਾਲ, ਕਿਸ ਤਰ੍ਹਾਂ ਦੇ ਨਾਲ ਜਿਹੜੇ ਸਾਡੇ ਸਰੋਤਾਂ ਦੇ ਵਿੱਚ ਜਿਹੜੇ ਵਰਤੇ ਗਏ, ਜਿਹੜੇ ਕਹਿ ਸਕਦੇ ਆ ਕਿ ਪੁਰਾਤਨ ਮਿਥਿਹਾਸਿਕ ਪਾਤਰ ਨੇ, ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈ ਉਹਨਾਂ ਦੀ ਵਿਆਖਿਆ ਕੀਤੀ ਜਾਂਦੀ ਹੈ। ਹੁਣ ਸਾਡੇ ਸਾਹਮਣੇ 2-3 ਸਵਾਲ ਬੜੇ ਅਹਿਮ ਨੇ। ਅਸੀਂ ਕਹਾਂਗੇ ਕਿ ਰਾਮ ਅਵਤਾਰ ਨੂੰ ਸ਼ਾਇਦ ਛੱਡ ਦਈਏ। ਰਾਮ ਅਵਤਾਰ ਨੂੰ ਛੱਡੋਗੇ, ਉਹਨਾਂ ਦੇ ਕੋਲ ਕੋਸ਼ ਦੇ ਹਵਾਲੇ ਨੇ। ਉਹਨਾਂ ਨੂੰ ਛੱਡੋਗੇ, ਉਹਨਾਂ ਦੇ ਕੋਲ ਸ੍ਰੀ ਗੁਰੂ ਨਾਨਕ ਬੰਸ ਪ੍ਰਕਾਸ਼ ਦੇ ਹਵਾਲੇ ਨੇ। ਉਹਨਾਂ ਨੂੰ ਛੱਡ ਦੇਵਾਂਗੇ, ਉਹ ਭੱਟਾਂ ਦੇ ਸਵਈਆਂ ਦੇ ਵਿੱਚੋਂ ਇਹ ਗੱਲ ਲੈਣੀ ਸ਼ੁਰੂ ਕਰਨਗੇ ਕਿ ਤ੍ਰੇਤੇ ਤੇ ਮਾਣਿਓ ਰਾਮ ਰਘੁਵੰਸ ਕਹਾਇਓ, ਦੁਆਪਰ ਕਿਸਨ ਮੁਰਾਰ ਕੰਸ ਕਰਤਾਰਥ ਕੀ, ਉਹ ਇਹ ਵਾਲਾ ਸਵਈਆ ਚੁੱਕ ਲੈਣਗੇ। ਸੋ ਮਤਲਬ ਇਹ ਨਹੀਂ ਹੈ ਕਿ ਉਹ ਜਿਹੜੇ ਸਾਡੇ ਸਰੋਤਾਂ ਦੀ ਵਰਤੋਂ ਕਰਦੇ ਨੇ, ਅਸੀਂ ਉਹਨਾਂ ਸਰੋਤਾਂ ਨੂੰ ਛੱਡ ਦੇਣਾ। ਹੁਣ ਜੇ ਤੁਸੀਂ ਖਿਆਲ ਕਰੋ ਤੇ ਜਿੰਨੇ ਵੀ ਇਬਰਾਹਿਮਿਕ ਜਿਹੜੇ ਵੀ ਰਿਲੀਜਨ ਨੇ, ਜਿੰਨੀਆਂ ਵੀ ਉਹਨਾਂ ਦੀਆਂ ਬ੍ਰਾਂਚਸ ਨੇ, ਕੀ ਬਾਈਬਲ ਦੇ ਵਿੱਚ ਪ੍ਰੋਫਿਟ ਨੂਹ ਦਾ ਜਾਂ ਪ੍ਰੋਫਿਟ ਇਬਰਾਹਿਮ ਦਾ ਜ਼ਿਕਰ ਨਹੀਂ ਆਉਂਦਾ? ਕੀ ਮੁਕੱਦਸ ਕੁਰਾਨ ਮਜੀਦ ਦੇ ਵਿੱਚ ਮਰੀਮ ਦਾ ਜ਼ਿਕਰ ਨਹੀਂ ਆਉਂਦਾ ਜਾਂ ਫਿਰ ਜੀਸਸ ਕ੍ਰਾਈਸਟ ਦਾ ਜ਼ਿਕਰ ਨਹੀਂ ਆਉਂਦਾ? ਪਰ ਉਹਨਾਂ ਨੇ, ਇਸਲਾਮ ਨੇ ਆਪਣੀ ਧਾਰਮਿਕ ਮਰਿਆਦਾ ਨੂੰ ਉਹਨਾਂ ਤੋਂ ਇੰਨਾ ਵਿਲੱਖਣ ਤੌਰ ਤੇ ਬੰਨ ਲਿਆ ਕਿ ਤੁਸੀਂ ਇਹ ਨਹੀਂ ਵੇਖੋਗੇ ਕਿ ਕੋਈ ਵੀ ਮੁਸਲਮਾਨ ਵੀਰ ਜਾ ਕੇ ਚਰਚ ਦੇ ਵਿੱਚ ਜਾ ਕੇ ਕਿਸੇ ਬੁੱਤ ਦੇ ਅੱਗੇ ਸਿਰ ਝੁਕਾ ਦੇਵੇ। ਦਰਅਸਲ ਇੱਥੇ ਸਾਨੂੰ ਵੀ ਬੜੀ ਸੂਝਵਾਨਤਾ ਦੇ ਨਾਲ ਚੱਲਣ ਦੀ ਲੋੜ ਹੈ ਕਿ ਜਦੋਂ ਵੀ ਕੋਈ ਨਵਾਂ ਧਰਮ, ਨਵਾਂ ਪੰਥ ਸੰਸਾਰ ਦੇ ਵਿੱਚ ਪ੍ਰਗਟ ਹੁੰਦਾ ਹੈ ਤੇ ਉਹਦੇ ਪ੍ਰਗਟ ਹੋਣ ਤੋਂ ਪਹਿਲਾਂ ਲੋਕ ਜਿਹੜੀਆਂ ਮਾਨਤਾਵਾਂ ਦੇ ਨਾਲ ਜੁੜੇ ਹੁੰਦੇ ਨੇ, ਉਹਨਾਂ ਮਾਨਤਾਵਾਂ ਦਾ ਜ਼ਿਕਰ ਉਸ ਧਰਮ ਦੇ ਗ੍ਰੰਥ ਦੇ ਵਿੱਚ ਆਉਂਦਾ ਹੀ ਹੈ। ਇਹ ਹੁਣ ਉਸ ਧਰਮ ਨੂੰ ਮੰਨਣ ਵਾਲੇ ਲੋਕਾਂ ਨੇ ਵੇਖਣਾ ਹੈ ਕਿ ਜੇਕਰ ਉਹਨਾਂ ਮਾਨਤਾਵਾਂ ਦਾ ਆਧਾਰ ਨੈਤਿਕ ਕਦਰਾਂ ਕੀਮਤਾਂ ਦੇ ਉੱਪਰ ਆਧਾਰਿਤ ਹੁੰਦਾ ਤਾਂ ਨਵੇਂ ਧਰਮ ਦੀ ਲੋੜ ਹੀ ਨਹੀਂ ਸੀ। ਤੇ ਜੇ ਗੁਰੂ ਨਾਨਕ ਸਾਹਿਬ ਨੇ ਉਸ ਨਵੇਂ ਪੰਥ ਨੂੰ ਸੰਸਾਰ ਦੇ ਵਿੱਚ ਪ੍ਰਗਟ ਕਰ ਦਿੱਤਾ ਹੈ ਤਾਂ ਇਹਦਾ ਪੱਖ ਬੜਾ ਸਪਸ਼ਟ ਹੈ ਕਿ ਉਹਨਾਂ ਦੇ ਕਰਮਕਾਂਡਾਂ ਤੋਂ ਮੁਕਤੀ ਦੇ ਵਾਸਤੇ ਹੀ ਸਾਨੂੰ ਸਿੱਖ ਪੰਥ ਦੇ ਵਿੱਚ ਜੋੜਿਆ ਗਿਆ। ਸੋ ਇਹ ਕੁਝ ਗੱਲਾਂ ਨੇ ਕਿ ਅਸੀਂ ਜੇਕਰ ਇਸ ਜਿਹੜੀ ਕਹਿ ਸਕਦੇ ਹਾਂ ਕਿ ਅੱਜ ਸਾਡੇ ਉੱਪਰ ਵਿਪਤਾ ਪੈਂਦੀ ਜਾ ਰਹੀ ਹੈ, ਔਰ ਉਸ ਵਿਪਤਾ ਦੇ ਵਿੱਚ ਅਸੀਂ ਦੁਸ਼ਮਣ ਦੇ ਖਿਲਾਫ ਹੋਣ ਦੀ ਬਜਾਏ ਅਸੀਂ ਇੱਕ ਦੂਜੇ ਦੇ ਨਾਲ ਕਹਿ ਸਕਦੇ ਹਾਂ ਕਿ ਅੰਤਰ ਵਿਰੋਧ ਦੀ ਲੜਾਈ ਨੂੰ ਸ਼ੁਰੂ ਕਰ ਲਿਆ। ਲੜਾਈ ਇਸ ਤਰ੍ਹਾਂ ਦੀ ਨਹੀਂ ਚਾਹੀਦੀ। ਲੜਾਈ ਇਸ ਤਰ੍ਹਾਂ ਦੀ ਚਾਹੀਦੀ ਹੈ ਕਿ ਜਿਹੜੇ ਸਾਡੇ ਸਰੋਤਾਂ ਦੇ ਵਿੱਚ ਅਜਿਹੇ ਮਿਥਿਹਾਸਿਕ ਪਾਤਰਾਂ ਦਾ ਵਰਣਨ ਜਾਂ ਜ਼ਿਕਰ ਆਇਆ, ਅਸੀਂ ਉਹਨਾਂ ਦੀ ਗੁਰਮਤ ਅਨੁਸਾਰ ਵਿਆਖਿਆ ਕਿਵੇਂ ਕਰਨੀ ਹੈ। ਜੇਕਰ ਤੁਸੀਂ ਹਰ ਚੀਜ਼ ਦਾ ਖੰਡਨ ਕਰਨਾ ਸ਼ੁਰੂ ਕਰ ਦੇਵੋਗੇ ਤੇ ਮੇਰੇ ਖਿਆਲ ਦੇ ਨਾਲ ਇੰਨੇ ਹੀ ਸਵਾਲ ਕੱਲ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਪਰ ਵੀ ਅਗਲੇ ਚੁੱਕਣੇ ਸ਼ੁਰੂ ਕਰ ਦੇਣਗੇ। ਇਹਦਾ ਮਤਲਬ ਕਿ ਜਿਹੜੇ ਸਰੋਤ ਦੀ ਉਹ ਵਰਤੋਂ ਕਰਨੀ ਸ਼ੁਰੂ ਕਰ ਦੇਣਗੇ, ਅਸੀਂ ਉਸ ਸਰੋਤ ਨੂੰ ਆਪਣੇ ਧਰਮ ਦੇ ਕੋਸ਼ ਦੇ ਵਿੱਚੋਂ ਕੱਢਦੇ ਜਾਵਾਂਗੇ। ਨਹੀਂ, ਇੰਜ ਨਹੀਂ ਹੋਵੇਗਾ। ਸਾਨੂੰ ਭਾਈ ਕਾਹਨ ਸਿੰਘ ਨਾਭਾ ਵਾਲਾ ਤਰੀਕਾ ਅਪਣਾਉਣਾ ਪਵੇਗਾ ਕਿ ਉਹਨਾਂ ਨੇ ਆਪਣੇ ਕਿਸੇ ਸਰੋਤ ਦਾ ਖੰਡਨ ਨਹੀਂ ਕੀਤਾ, ਬਲਕਿ ਆਪਣੇ ਸਰੋਤਾਂ ਦੇ ਵਿੱਚ ਆਏ ਮਿਥਿਹਾਸਿਕ ਪਾਤਰਾਂ ਦੀ ਜਿਹੜੀ ਵਿਆਖਿਆ ਪ੍ਰਣਾਲੀ ਸੀ ਉਹ ਇਸ ਰੂਪ ਦੇ ਵਿੱਚ ਕੀਤੀ ਕਿ ਸਾਡਾ ਉਹਨਾਂ ਦੇ ਨਾਲ ਕੋਈ ਸਬੰਧ ਨਹੀਂ ਰਹਿ ਗਿਆ। ਅਸੀਂ ਨਵੇਂ ਪੰਥ ਦੇ, ਅਸੀਂ ਨਵੇਂ ਮਾਰਗ ਦੇ ਪਾਂਧੀ ਬਣ ਗਏ। ਸੋ ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਅੱਜ ਇਹ ਸਿਰਫ ਪਹਿਲਾ ਹਿੱਸਾ ਸੀ। ਮੈਂ ਤੁਹਾਨੂੰ ਸਿਰਫ ਇਹ ਦੱਸਿਆ ਕਿ ਉਹ ਲੋਕ ਪਿੱਠ ਭੂਮੀ ਕਿਵੇਂ ਤਿਆਰ ਕਰਦੇ ਨੇ ਤੇ ਉਸ ਪਿੱਠ ਭੂਮੀ ਤਿਆਰ ਕਰਨ ਦੇ ਵਿੱਚ ਜਿਹੜੇ ਉਹਨਾਂ ਵੱਲੋਂ ਸਟੇਟਮੈਂਟਸ ਜਾਂ ਜਿਹੜੇ ਬਿਆਨ ਆਉਂਦੇ ਨੇ, ਅਸੀਂ ਬਜਾਏ ਕਿ ਦੁਸ਼ਮਣ ਦੀਆਂ ਚਾਲਾਂ ਨੂੰ ਸਮਝੀਏ, ਅਸੀਂ ਆਪਸ ਦੇ ਵਿੱਚ ਉਲਝਣਾ ਸ਼ੁਰੂ ਕਰ ਦਿੰਦੇ ਨੇ। ਮੇਰੇ ਵੀਰੋ, ਮੈਨੂੰ ਪਤਾ ਹੈ ਦਸਮ ਗ੍ਰੰਥ ਦੇ ਵਿਰੋਧ ਦੇ ਵਿੱਚ ਵੀ ਮੇਰੇ ਬਹੁਤ ਸਾਰੇ ਦੋਸਤ ਨੇ, ਮੇਰੇ ਬਹੁਤ ਸਾਰੇ ਵੀਰ ਨੇ। ਵਿਰੋਧ ਦੇ ਵਿੱਚ ਮੈਂ ਵੀ ਕਹਿ ਦੇਵਾਂ, ਜੇ ਨੁਕਸਾਨ ਉਹਨਾਂ ਦਾ ਨਹੀਂ ਹੋਇਆ, ਨੁਕਸਾਨ ਮੇਰਾ ਵੀ ਕੋਈ ਨਹੀਂ ਹੋਵੇਗਾ। ਪਰ ਤੁਹਾਨੂੰ ਇਸ ਸਮੱਸਿਆ ਦੀ ਜੜ ਵੱਲ ਜਾਣਾ ਪਵੇਗਾ। ਦਸਮ ਗ੍ਰੰਥ ਦੇ ਵਿਰੋਧ ਦੇ ਵਿੱਚ ਖੜਨਾ ਬਹੁਤ ਸੌਖਾ ਹੈ, ਪਰ RSS ਦੇ ਖਿਲਾਫ ਖੜਨਾ ਔਖਾ ਹੈ। ਇਸ ਕਰਕੇ ਤੁਸੀਂ ਜਿਹੜੀ ਮੂਲ ਜੜ ਹੈ ਇਸ ਸਾਰੀ ਸਮੱਸਿਆ ਦੀ, ਤੁਸੀਂ ਉਹਦੇ ਖਿਲਾਫ ਆਪਣੇ ਆਪ ਨੂੰ ਲਾਮਬੰਦ ਕਰੋ। ਤੁਸੀਂ ਦੁਸ਼ਮਣ ਨੂੰ ਲਾਂਭੇ ਛੱਡ ਕੇ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੱਤਾ ਹੈ। ਸੋ ਮੇਰੀ ਤੁਹਾਡੇ ਸਾਰਿਆਂ ਨੂੰ ਬੇਨਤੀ ਹੈ ਕਿ ਇਹ ਪਹਿਲਾ ਹਿੱਸਾ ਸੀ। ਦੂਜੇ ਹਿੱਸੇ ਦੇ ਵਿੱਚ
ਮੈਂ ਕਿਸ ਤਰ੍ਹਾਂ ਦੇ ਨਾਲ ਇਹ ਸਾਰੇ ਵਰਤਾਰੇ ਜਿਹੜੇ ਨੇ ਇਹਨਾਂ ਦੀ ਸਾਜ਼ਿਸ਼ ਤਿਆਰ ਹੁੰਦੀ ਹੈ, ਕਿਉਂਕਿ ਇਹ ਜਦੋਂ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਤੇ ਮਤ ਸੋਚੋ ਕਿ ਉਹਨਾਂ ਦੇ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਨੇ ਇੱਕ ਨਿੱਗਰ ਇਸ ਬਿਆਨ ਦੇ ਪਿੱਛੇ ਪਿੱਠ ਭੂਮੀ ਤਿਆਰ ਨਹੀਂ ਕੀਤੀ, ਉਹਨਾਂ ਨੇ ਬਕਾਇਦਾ ਤਿਆਰ ਕੀਤੀ ਹੈ। ਔਰ ਸਾਨੂੰ ਵੀ ਉਸੇ ਪੱਧਰ ਦੇ ਉੱਪਰ ਆਪਸ ਦੇ ਵਿੱਚ ਅੰਤਰ ਵਿਰੋਧ ਦੀ ਲੜਾਈ ਲੜਨ ਦੇ ਨਾਲੋਂ ਵੱਡੇ ਪੱਧਰ ਦੇ ਉੱਪਰ ਜਵਾਬ ਦੇਣਾ ਪਵੇਗਾ ਕਿ ਸਾਡੇ ਸਰੋਤਾਂ ਦੇ ਵਿੱਚ ਮਿਲਾਵਟ ਕਿਵੇਂ ਹੋਈ, ਅਸੀਂ ਆਪਣੇ ਸਰੋਤਾਂ ਨੂੰ ਸੰਪਾਦਿਤ ਕਿਵੇਂ ਕਰਨਾ ਹੈ, ਤੇ ਜਿਹੜੀ ਮਿਲਾਵਟ ਹੋਈ ਹੈ ਜਿਹਦੇ ਬਾਰੇ ਸਾਨੂੰ ਸਪਸ਼ਟ ਹੈ ਕਿ ਸਾਡੇ ਗ੍ਰੰਥਾਂ ਦੇ ਵਿੱਚ ਆਹ ਗੱਲਾਂ ਗੁਰਮਤ ਅਨੁਸਾਰੀ ਨਹੀਂ ਨੇ, ਉਹ ਅਸੀਂ ਗੁਰਬਾਣੀ ਦੇ ਵਿੱਚੋਂ ਹਵਾਲੇ ਔਰ ਟਿੱਪਣੀਆਂ ਦੇ ਕੇ ਰੱਦ ਕਿਵੇਂ ਕਰਨੀਆਂ ਹੈ। ਸਾਨੂੰ ਇਸ ਰਾਹ ਤੇ ਤੁਰਨਾ ਪੈਣਾ ਹੈ। ਜੇਕਰ ਸਿਰਫ ਖੰਡਨ ਦੀ ਪ੍ਰਕਿਰਿਆ ਦੇ ਉੱਪਰ ਜਾਂ ਉਸ ਮਾਰਗ ਦੇ ਉੱਪਰ ਹੀ ਚੱਲਣਾ ਤਾਂ ਇਹ ਤਾਂ ਬਹੁਤ ਸੌਖਾ ਹੈ, ਜਿਹੜੇ ਗ੍ਰੰਥ ਦੀ ਉਹ ਵਰਤੋਂ ਕਰਦੇ ਨੇ ਕਹਿ ਦਿਓ ਸਾਡਾ ਨਹੀਂ, ਪਰ ਇੰਜ ਨਹੀਂ ਹੋਵੇਗਾ। ਸਾਨੂੰ ਵੇਖਣਾ ਪਵੇਗਾ ਕਿ ਸਾਡੇ ਉੱਪਰ ਹਮਲੇ ਜਿਹੜੇ ਨੇ ਕੇਸ ਦਿਸ਼ਾ ਤੋਂ ਹੋ ਰਹੇ ਨੇ, ਤੇ ਅਸੀਂ ਇਹਨਾਂ ਹਮਲਿਆਂ ਦਾ ਮੁਕਾਬਲਾ ਕਿੰਜ ਕਰਨਾ ਹੈ। ਸੋ ਅੱਜ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।